TVN ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਦਾ ਬੈਨੀਪਾਲ ਸ਼ੋਅ ਵਿੱਚ ਤੁਹਾਡਾ ਸਭਨਾਂ ਦਾ ਨਿੱਘਾ ਸਵਾਗਤ। ਜੂਨ 84 ਦੇ ਘੱਲੂ ਘਰੇ ਸਮੇਂ ਜ਼ਖਮੀ ਪਾਵਨ ਸਰੂਪ ਦੇ ਸੰਗਤਾਂ ਨੂੰ ਕਰਵਾਏ ਜਾਣਗੇ ਦਰਸ਼ਨ। ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਬੈਂਸ ਦੇ ਪਿਤਾ ਤੇ ਇੱਕ ਔਰਤ ਨੇ ਲਗਾਏ ਦੋਸ਼। ਆਖਰਕਾਰ ਪੰਜਾਬ ਰੋਡਵੇਜ਼ ਨੂੰ ਦਿੱਲੀ ਹਵਾਈ ਅੱਡੇ ਤੱਕ ਬੱਸਾਂ ਚਲਾਉਣ ਲਈ ਮਿਲੀ ਮਨਜ਼ੂਰੀ। ਮੂਸੇਵਾਲਾ ਕਤਲकांड ਵਿੱਚ ਇੱਕ ਹੋਰ ਵੱਡਾ ਤੇ ਅਹਿਮ ਖੁਲਾਸਾ। ਮੂਸੇਵਾਲਾ ਦੇ ਕਤਲ ਸੰਬੰਧੀ ਸ਼ਾਹਰੁਖ ਨੇ ਉਗਲੇ ਕੁਝ ਹੋਰ ਰਾਜ ਅਤੇ ਪੰਜਾਬ ਵਿੱਚ ਮੂਸੇਵਾਲਾ ਦੇ ਕਤਲ ਬਾਅਦ ਗੈਂਗਸਟਰਾਂ ਵਿੱਚ ਵਧੀ ਖਿੱਚੋਤਾਣ। ਦੋਸਤੋ, ਇਹ ਕੁਝ ਜਾਣਕਾਰੀਆਂ ਆਪਣੇ ਪ੍ਰੋਗਰਾਮ ਦੌਰਾਨ ਸ਼ਾਮਲ ਕਰਾਂਗੇ। ਸਭ ਤੋਂ ਪਹਿਲਾਂ ਤੁਹਾਨੂੰ ਬੇਨਤੀ ਇਹ ਹੈ ਕਿ ਪਹਿਲਾਂ ਪ੍ਰੋਗਰਾਮ ਵੇਖ ਲੈਣਾ, ਸੁਣ ਲੈਣਾ, ਜੇਕਰ ਚੰਗਾ ਲੱਗਿਆ ਫਿਰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ। ਦੂਸਰੀ ਬੇਨਤੀ ਇਹ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ। ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ। ਹੁਣ ਇਸ ਵਕਤ ਘੱਲੂਘਾਰਾ ਦਿਵਸ ਮਨਾਉਣ ਦੀਆਂ ਤਿਆਰੀਆਂ ਨੇ। ਇਹ ਉਹ ਹਫ਼ਤਾ ਚੱਲ ਰਿਹਾ ਜਿਸ ਨੂੰ ਘੱਲੂਘਾਰਾ ਹਫ਼ਤਾ ਆਖਿਆ ਜਾ ਸਕਦਾ ਹੈ। ਤੁਹਾਨੂੰ ਯਾਦ ਹੋਣਾ, ਨਾ ਭੁੱਲਿਆ ਨਾ ਭੁੱਲਣ ਯੋਗ ਹੈ, ਨਾ ਭੁਲਾਇਆ ਜਾ ਸਕਦਾ ਹੈ ਕਿ ਜੂਨ 1984 ਦੇ ਵਿੱਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਫੌਜੀ ਹਮਲਾ ਸਮੇਂ ਦੀ ਹਕੂਮਤ ਨੇ ਕਰਵਾਇਆ ਸੀ। ਬਹੁਤ ਸਾਰੇ ਲੋਕ ਉਹਨਾਂ ਦਿਨਾਂ ਦੇ ਵਿੱਚ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਨ ਮਨਾਉਣ ਦੇ ਵਾਸਤੇ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਵਾਸਤੇ ਪਹੁੰਚੇ ਹੋਏ ਸੀ। ਪਰ ਅਚਨਚੇਤ ਦਰਬਾਰ ਸਾਹਿਬ ਤੇ ਹਮਲਾ ਕਰ ਦਿੱਤਾ ਜਾਂਦਾ ਹੈ। ਜਿੱਥੇ ਆਮ ਲੋਕਾਂ ਦੀ ਸ਼ਹਾਦਤ ਹੁੰਦੀ ਹੈ, ਉੱਥੇ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਵੀ ਜ਼ਖਮੀ ਹੁੰਦੇ ਨੇ। ਤੇ ਹੁਣ ਜਾਣਕਾਰੀ ਦਿੱਤੀ ਜਾ ਰਹੀ ਹੈ ਕਿ 2 ਜੂਨ ਤੋਂ ਲੈ ਕੇ 5 ਜੂਨ ਤੱਕ ਸੰਗਤਾਂ ਨੂੰ ਉਹ ਜ਼ਖਮੀ ਪਾਵਨ ਸਰੂਪ ਦੇ ਦਰਸ਼ਨ ਕਰਵਾਏ ਜਾਣਗੇ। ਤੇ ਮੈਂ ਦੱਸਦੇ ਹਾਂ ਕਿ ਇਸੇ ਪਾਵਨ ਸਰੂਪ ਦੇ ਬੀਤੇ ਸਾਲ ਪਹਿਲੀ ਵਾਰ ਸੰਗਤਾਂ ਨੂੰ ਦਰਸ਼ਨ ਕਰਵਾਏ ਗਏ ਸੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਹਰਜਿੰਦਰ ਸਿੰਘ ਐਡਵੋਕੇਟ ਸਾਹਿਬ ਹੋਰਾਂ ਨੇ ਆਖਿਆ ਹੈ ਕਿ ਸ਼੍ਰੀ ਹਰਿਮੰਦਰ ਸਾਹਿਬ ਤੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਜੂਨ 84 ਦਾ ਫੌਜੀ ਹਮਲਾ ਸਿੱਖ ਮਾਨਸਿਕਤਾ ਦਾ ਸਦੀਵ ਹਿੱਸਾ ਬਣ ਚੁੱਕਿਆ ਹੈ ਅਤੇ ਹਰ ਸਾਲ ਜੂਨ ਮਹੀਨਾ ਚੜ੍ਹਦਿਆਂ ਹੀ ਸਿੱਖ ਕੌਮ ਦੇ ਇਹ ਅੱਲੇ ਜ਼ਖਮ ਨੇ ਜਿਹੜੇ ਰਿਸਣ ਲਾ ਦਿੰਦਾ ਹੈ। ਉਹਨਾਂ ਇਹ ਵੀ ਕਿਹਾ ਕਿ ਇਸ ਫੌਜੀ ਹਮਲੇ ਦੇ ਦੌਰਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੁਸ਼ੋਭਿਤ ਪਾਵਨ ਸਰੂਪ ਨੂੰ ਗੋਲੀ ਨਾਲ ਜ਼ਖਮੀ ਕਰ ਦਿੱਤਾ ਗਿਆ ਸੀ, ਜਿਸ ਤੇ ਸੰਗਤਾਂ ਨੂੰ ਦਰਸ਼ਨ ਕਰਵਾਏ ਜਾਣੇ ਹੈ। ਉਹਨਾਂ ਦੱਸਿਆ ਕਿ ਇਸ ਪਾਵਨ ਸਰੂਪ ਨੂੰ 2 ਜੂਨ ਤੋਂ ਲੈ ਕੇ 5 ਜੂਨ ਤੱਕ ਸ੍ਰੀ ਅਕਾਲ ਤਖਤ ਸਾਹਿਬ ਦੇ ਨਜ਼ਦੀਕ ਸਥਿਤ ਗੁਰਦੁਆਰਾ ਸ਼ਹੀਦ ਬਾਬਾ ਗੁਰਬਖਸ਼ ਸਿੰਘ ਦੇ ਵਿੱਚ ਸੁਸ਼ੋਭਿਤ ਕੀਤਾ ਜਾਏਗਾ। ਉੱਥੇ ਦਰਸ਼ਨ ਕੀਤੇ ਜਾ ਸਕਣਗੇ। ਇਹਨਾਂ 4 ਦਿਨਾਂ ਵਿੱਚ ਸਵੇਰ ਤੋਂ ਲੈ ਕੇ ਸ਼ਾਮ ਤੱਕ ਸੰਗਤਾਂ ਇਸ ਪਾਵਨ ਸਰੂਪ ਦੇ ਦਰਸ਼ਨ ਕਰ ਸਕਣਗੀਆਂ। ਐਡਵੋਕੇਟ ਧਾਮੀ ਸਾਹਿਬ ਹੋਰਾਂ ਨੇ ਦੱਸਿਆ ਕਿ ਜੂਨ 84 ਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਸ੍ਰੀ ਅਕਾਲ ਤਖਤ ਸਾਹਿਬ ਤੇ ਸਮੇਂ ਦੀ ਹਕੂਮਤ ਦੇ ਵੱਲੋਂ ਫੌਜੀ ਹਮਲੇ 'ਚ ਬਹੁਤ ਸਾਰੇ ਸਿੰਘਣੀਆਂ ਸ਼ਹਾਦਤ ਦਾ ਜਾਮ ਪੀ ਗਈਆਂ ਸੀ। ਉਹਨਾਂ ਸ਼ਹੀਦਾਂ ਨੂੰ ਸ਼ਰਧਾ ਤੇ ਸਤਿਕਾਰ ਭੇਂਟ ਕੀਤਾ ਜਾਏਗਾ। ਸ਼੍ਰੀ ਅਕਾਲ ਤਖਤ ਸਾਹਿਬ ਤੇ 6 ਜੂਨ ਨੂੰ ਸ਼ਹੀਦੀ ਸਮਾਗਮ ਕੀਤੇ ਜਾਣਗੇ ਤੇ ਕੌਮੀ ਇਕਜੁੱਟਤਾ ਮਨਾਉਣ ਦੀ ਉਹਨਾਂ ਨੇ ਸੰਗਤਾਂ ਨੂੰ ਅਪੀਲ ਕੀਤੀ ਹੈ। ਉਹਨਾਂ ਨੇ ਇਹ ਵੀ ਆਖਿਆ ਕਿ ਇਹ ਦਿਹਾੜਾ ਸਿੱਖ ਕੌਮ ਲਈ ਕਦੇ ਨਾ ਭੁਲਾਇਆ ਜਾਣ ਵਾਲਾ ਦੁਖਾਂਤ ਹੈ ਅਤੇ ਇਸ ਮੌਕੇ ਤੇ ਸ਼ਹੀਦਾਂ ਨੂੰ ਸ਼ਰਧਾ ਸਤਿਕਾਰ ਭੇਂਟ ਕੀਤਾ ਜਾਏਗਾ। ਅਤੇ ਨਾਲ ਉਹਨਾਂ ਨੇ ਆਖਿਆ ਕਿ ਇਹ ਸ਼ਰਧਾ, ਇਹ ਸਤਿਕਾਰ ਭੇਂਟ ਕਰਨ ਸਮੇਂ ਸੰਜੀਦਗੀ, ਸੁਹਿਰਦਤਾ, ਗਹਿਰ ਗੰਭੀਰਤਾ ਬੇਹੱਦ ਜ਼ਰੂਰੀ ਹੋਏਗੀ। ਉਹਨਾਂ ਨੇ ਸਮੁੱਚੀਆਂ ਸਿੱਖ ਜਥੇਬੰਦੀਆਂ ਤੇ ਸੰਗਤਾਂ ਨੂੰ 6 ਜੂਨ ਦਾ ਸ਼ਹੀਦੀ ਸਮਾਗਮ ਪੰਥਕ ਇਕਜੁੱਟਤਾ ਦੇ ਨਾਲ ਮਨਾਉਣ ਦਾ ਸੱਦਾ ਦਿੱਤਾ ਹੈ। ਸੱਚਮੁੱਚ ਇਹਨਾਂ ਦਿਨਾਂ ਦੇ ਵਿੱਚ ਉਹ ਯਾਦਾਂ ਫਿਰ ਇੱਕ ਵਾਰ ਤਾਜ਼ਾ ਹੋ ਜਾਂਦੀਆਂ ਨੇ। ਸੋ ਇਤਿਹਾਸ ਜ਼ਰੂਰ ਪੜ੍ਹਿਆ ਕਰੀਏ। ਜੇ ਇਤਿਹਾਸ ਪੜ੍ਹਾਂਗੇ ਫਿਰ ਆਪਾਂ ਲੋਕਾਂ ਨੂੰ ਅੱਗੇ ਕੁਝ ਦੱਸਣ ਜੋਗੇ ਵੀ ਹੋ ਸਕਦੇ ਹਾਂ। ਤੇ ਅਗਲੀ ਜਿਹੜੀ ਖਬਰ ਹੈ ਉਹ ਪੰਜਾਬ ਦੇ ਵਿੱਚੋਂ ਹੀ ਹੈ। ਪੰਜਾਬ ਦੇ ਕੈਬਨਿਟ ਮੰਤਰੀ ਨੇ ਹਰਜੋਤ ਸਿੰਘ ਬੈਂਸ। ਉਹਨਾਂ ਦੇ ਪਿਤਾ ਵਿਵਾਦਾਂ 'ਚ ਘਿਰੇ ਨੇ। ਅਸਲ ਦੇ ਵਿੱਚ ਉਹਨਾਂ ਦੇ ਨੇੜੇ ਹੀ ਪਿੰਡ ਪੈਂਦਾ ਨੰਗਲੀ ਦੀ ਵਸਨੀਕ ਸਰਬਜੀਤ ਕੌਰ ਨੇ ਦੋਸ਼ ਲਾਇਆ ਹੈ ਕਿ ਬੈਂਸ ਦੇ ਪਿਤਾ 30 ਮਈ ਨੂੰ ਉਹਨਾਂ ਦੇ ਘਰ ਦੇ ਇੱਕ ਹਿੱਸੇ ਤੇ ਜ਼ਬਰਦਸਤੀ ਕਬਜ਼ਾ ਕਰਨ ਦੇ ਲਈ ਉਸ ਤੇ ਰਿਸ਼ਤੇਦਾਰ ਦੀ ਮਦਦ ਕਰਨ ਦੇ ਵਾਸਤੇ ਆਉਂਦੇ ਨੇ ਤੇ ਉਹਨਾਂ ਨੇ ਮੇਰੇ ਘਰ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਸਰਬਜੀਤ ਕੌਰ ਨੇ ਪੰਜਾਬ ਦੇ ਮੁੱਖ ਮੰਤਰੀ, ਪੰਜਾਬ ਦੇ DGP ਅਤੇ ਜ਼ਿਲ੍ਹੇ ਦੇ SSP ਨੂੰ ਇੱਕ ਲਿਖਤੀ ਸ਼ਿਕਾਇਤ ਭੇਜ ਦਿੱਤੀ ਹੈ। ਸ਼ਿਕਾਇਤ ਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਕਿ ਉਹਨਾਂ ਦੇ ਸਹੁਰੇ ਦੀ ਕੁਝ ਸਾਲ ਪਹਿਲਾਂ ਮੌਤ ਹੋ ਗਈ ਸੀ। ਉਹ 2 ਬੱਚਿਆਂ ਸਮੇਤ ਘਰ ਦੇ ਵਿੱਚ ਰਹਿੰਦੀ ਹੈ ਕਿਉਂਕਿ ਉਹਨਾਂ ਦਾ ਪਤੀ 2 ਸਾਲ ਪਹਿਲਾਂ ਵਿਦੇਸ਼ ਗਿਆ ਹੈ।
ਤੇ ਕੁਝ ਰਿਸ਼ਤੇਦਾਰ ਪਰ ਉਹਨਾਂ ਦੀ ਜਾਇਦਾਦ ਤੇ ਹੱਕ ਜਤਾ ਰਹੇ ਨੇ। ਉਹ ਘਰ ਦੇ ਵਿੱਚ ਰਹਿਣਾ ਚਾਹੁੰਦੇ ਨੇ ਪਰ ਉਹਨੂੰ ਉਹ ਕੱਢਣਾ ਚਾਹੁੰਦੇ ਨੇ। ਇਸ ਕਰਕੇ ਉਹ ਕਹਿੰਦੇ ਅਦਾਲਤ ਦਾ ਦਰਵਾਜ਼ਾ ਖੜਕਾਇਆ ਤੇ ਇਹ ਮੁਕੱਦਮਾ ਅਦਾਲਤ 'ਚ ਵੀ ਚੱਲ ਰਿਹਾ ਹੈ। ਉਹਦੇ ਮੈਨੂੰ ਅਦਾਲਤ ਵੱਲੋਂ ਉਹ ਕਹਿੰਦੇ ਆ ਕਿ ਸਟੇ ਆਰਡਰ ਵੀ ਮਿਲੇ ਹੋਏ ਨੇ। ਹੁਣ ਉਸ ਮਹਿਲਾ ਨੇ ਇਹ ਸ਼ਿਕਾਇਤ ਕੀਤੀ ਹੈ ਕਿ ਕੈਬਨਿਟ ਮੰਤਰੀ ਦੇ ਪਿਤਾ ਸੋਹਣ ਸਿੰਘ, ਉਹਨਾਂ ਦੀ ਪਤਨੀ ਅਤੇ ਪਿੰਡ ਦੇ ਸਰਪੰਚ ਸਮੇਤ ਕੁਝ ਹੋਰ ਵਿਅਕਤੀ ਉਹਨਾਂ ਦੇ ਘਰ ਦੇ ਵਿੱਚ ਦਾਖਲ ਹੁੰਦੇ ਨੇ, ਜ਼ਬਰਦਸਤੀ ਇੱਕ ਕਮਰੇ ਨੂੰ ਜਿੰਦਰਾ ਲਗਾਉਣ ਦੀ ਕੋਸ਼ਿਸ਼ ਕਰਦੇ ਨੇ। ਤੇ ਇਸ ਸੰਬੰਧੀ ਕਿਉਂਕਿ ਇਹ ਸ਼ਿਕਾਇਤਾਂ ਉਸ ਔਰਤ ਨੇ ਦਿੱਤੀ ਹੈ, ਨੰਗਲੀ ਪਿੰਡ ਦੀ ਨੇ, ਪਰ ਜਦੋਂ ਉਹਨਾਂ ਦੇ ਪਿਤਾ ਜੀ ਨਾਲ ਸੋਹਣ ਸਿੰਘ ਹੋਰਾਂ ਨਾਲ ਸੰਪਰਕ ਕੀਤਾ ਗਿਆ, ਉਹ ਸਾਰੇ ਇਹਨਾਂ ਦੋਸ਼ਾਂ ਤੋਂ ਇਨਕਾਰ ਕਰਦੇ ਆ। ਉਹ ਕਹਿੰਦੇ ਸਰਬਜੀਤ ਕੌਰ ਦੇ ਕਹਿਣ ਤੇ ਉਹਦੇ ਅਤੇ ਰਿਸ਼ਤੇਦਾਰਾਂ ਦੇ ਵਿਚਕਾਰ ਜਿਹੜਾ ਝਗੜਾ ਹੋਇਆ ਸੀ ਉਹਨੂੰ ਸੁਲਝਾਉਣ ਵਾਸਤੇ ਮੈਂ ਗਿਆ ਜ਼ਰੂਰ ਸੀ, ਪਰ ਜਦ ਦੇਖਿਆ ਕਿ ਇੱਥੇ ਤਾਂ ਪੱਖਪਾਤੀ ਹੋਣ ਦੇ ਦੋਸ਼ ਲਗਾਏ ਜਾ ਰਹੇ ਨੇ, ਉੱਥੇ ਦਾ ਹੰਗਾਮਾ ਸ਼ੁਰੂ ਹੋ ਗਿਆ। ਜਦੋਂ ਕਹਿੰਦੇ ਕਿਸੇ ਨੇ ਗੱਲ ਨਾ ਸੁਣੀ ਤੇ ਫਿਰ ਮੈਂ ਵਾਪਸ ਆ ਗਿਆ। ਅਸੀਂ ਕਿਹਾ ਕਿਸੇ ਨੂੰ ਕੁਝ ਨਹੀਂ, ਅਸੀਂ ਕੋਈ ਜਿੰਦਰਾ ਨਹੀਂ ਲਾਇਆ। ਇਸ ਸੰਬੰਧੀ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਉਹਨਾਂ ਦੇ ਮਾਤਾ ਪਿਤਾ ਸਰਬਜੀਤ ਕੌਰ ਦੇ ਸੱਦੇ ਤੇ ਹੀ ਇਸ ਮੁੱਦੇ ਤੇ ਸਿਰਫ ਵਿਚੋਲਗੀ ਕਰਨ ਵਾਸਤੇ ਗਏ ਸੀ, ਤਾਂ ਜੋ ਪਿੰਡ ਪੱਧਰ ਤੇ ਇਸ ਵਿਵਾਦ ਨੂੰ ਸੁਖਾਵੇਂ ਢੰਗ ਨਾਲ ਸੁਲਝਾਇਆ ਜਾ ਸਕੇ ਤੇ ਦੋਵੇਂ ਧਿਰਾਂ ਲੰਬੇ ਮੁਕੱਦਮਿਆਂ ਤੋਂ ਬਚ ਸਕਣ। ਉਹਨਾਂ ਨੇ ਕਿਹਾ ਕਿ ਉਹਨਾਂ ਦੇ ਮਾਤਾ ਪਿਤਾ ਦੇ ਨੇਕ ਇਰਾਦਿਆਂ ਤੇ ਕੋਈ ਸ਼ੱਕ ਨਹੀਂ ਕੀਤਾ ਜਾ ਸਕਦਾ। ਜਿਹੜੀ ਮਹਿਲਾ ਵੱਲੋਂ ਦੋਸ਼ ਲਗਾਏ ਜਾ ਰਹੇ ਨੇ ਉਹ ਦੋਸ਼ ਝੂਠੇ ਨੇ, ਬੇਬੁਨਿਆਦ ਨੇ। ਥਾਣੇ ਦੇ ਨਾਲ ਵੀ ਗੱਲਬਾਤ ਕੀਤੀ ਗਈ ਹੈ। ਥਾਣਾ ਮੁਖੀ ਨੇ ਸਿਮਰਨਜੀਤ ਸਿੰਘ ਕਹਿੰਦੇ ਦੇਖੋ ਦੋਵਾਂ ਧਿਰਾਂ ਦੀਆਂ ਸ਼ਿਕਾਇਤਾਂ ਜ਼ਰੂਰ ਆਈਆਂ ਨੇ। ਆ ਵੀਰਵਾਰ ਨੂੰ ਦੋਵਾਂ ਧਿਰਾਂ ਨੂੰ ਥਾਣੇ 'ਚ ਬੁਲਾਇਆ ਗਿਆ। ਅਸੀਂ ਚਾਹੁੰਦੇ ਹਾਂ ਕਿ ਮੁਕੱਦਮਾ ਕਿਤੇ ਐਨ ਕੋਰਟ ਕਚਹਿਰੀਆਂ ਦੇ ਵਿੱਚ ਕਿਤੇ ਧੱਕੇ ਖਾਂਦੇ ਤਾਂ ਲੰਘ ਜਾਵੇ, ਕਿ ਦੋਵਾਂ ਧਿਰਾਂ ਨੂੰ ਬਿਠਾ ਕੇ ਮਸਲਾ ਸੁਲਝਾ ਦਈਏ। ਭਾਵੇਂ ਕੁਝ ਵੀ ਹੈ, ਵੇਖਦੇ ਹਾਂ ਔਰਤ ਨੇ ਸ਼ਿਕਾਇਤ ਲਾਈ ਹੈ, ਦੂਸਰੇ ਪਾਸੇ ਧਿਰ ਸਫਾਈਆਂ ਦੇ ਰਹੀ ਹੈ। ਅਸਲੀਅਤ ਕੀ ਹੈ ਇਹ ਉਮੀਦ ਹੈ ਕਿ ਕੱਲ੍ਹ ਨੂੰ ਸ਼ਾਇਦ ਸਾਹਮਣੇ ਆ ਜਾਏ। ਤੇ ਇੱਕ ਆ ਚਿਰੋਕਣੀ ਮੰਗ ਸੀ। ਪਿਛਲੀ ਸਰਕਾਰ ਜਦੋਂ ਕਾਂਗਰਸ ਦੀ ਸਰਕਾਰ ਚੱਲ ਰਹੀ ਸੀ, ਉਦੋਂ ਵੀ ਲੋਕ ਕਹਿੰਦੇ ਹੁੰਦੇ ਸੀ ਕਿ ਭਾਈ ਜੇ ਪ੍ਰਾਈਵੇਟ ਕੁਝ ਲੋਕਾਂ ਦੀਆਂ ਬੱਸਾਂ ਦਿੱਲੀ ਹਵਾਈ ਅੱਡੇ ਜਾ ਸਕਦੀਆਂ ਨੇ ਤਾਂ ਪੰਜਾਬ ਸਰਕਾਰ ਦੀਆਂ ਬੱਸਾਂ ਕਿਉਂ ਨਹੀਂ ਜਾ ਸਕਦੀਆਂ। ਉਹ ਕਹਿੰਦੇ ਹੁੰਦੇ ਸੀ ਕਿ ਦਿੱਲੀ ਦੀ ਸਰਕਾਰ, ਭਾਵ ਆਮ ਆਦਮੀ ਪਾਰਟੀ ਦੀ ਸਰਕਾਰ, ਸਾਡੀਆਂ ਬੱਸਾਂ ਨੂੰ ਦਿੱਲੀ ਨਹੀਂ ਜਾਣ ਦਿੰਦੀ। ਪਰ ਹੁਣ ਫੇਰ ਮੰਗ ਉੱਠੀ ਸੀ ਕਿ ਪੰਜਾਬ ਦੇ ਵਿੱਚ ਵੀ ਆਪ ਤੇ ਦਿੱਲੀ ਦੇ ਵਿੱਚ ਵੀ ਆਪ, ਤੇ ਫਿਰ ਬੱਸਾਂ ਕਿਉਂ ਨਾ ਜਾਣ। ਪਰ ਲੰਬੀ ਉਡੀਕ ਤੋਂ ਬਾਅਦ ਆਖਰਕਾਰ ਇਹ ਚੰਗੀ ਖਬਰ ਮਿਲ ਗਈ ਹੈ ਕਿ ਪੰਜਾਬ ਰੋਡਵੇਜ਼ ਅਤੇ ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਭਾਵ PRTC, ਇਹਨਾਂ ਦੀਆਂ ਜਿਹੜੇ ਵੋਲਵੋ ਬੱਸਾਂ ਨੇ ਉਹ ਦਿੱਲੀ ਹਵਾਈ ਅੱਡੇ ਤੇ IGI ਏਅਰਪੋਰਟ, ਇੰਦਰਾ ਗਾਂਧੀ ਇੰਟਰਨੈਸ਼ਨਲ ਹਵਾਈ ਅੱਡਾ ਜਿਹੜਾ, ਉੱਥੇ ਤੱਕ ਹੁਣ ਜਾਇਆ ਕਰਨਗੀਆਂ। ਦਿੱਲੀ ਸਰਕਾਰ ਦੇ ਟਰਾਂਸਪੋਰਟ ਵਿਭਾਗ ਦੇ ਵੱਲੋਂ ਸਟੇਜ ਕੈਰਜ ਪਰਮਿਟ ਦੇ ਤਹਿਤ ਚੱਲਣ ਵਾਲੀਆਂ ਇਹ ਪੰਜਾਬ ਰੋਡਵੇਜ਼ ਤੇ PRTC ਦੀਆਂ ਵੋਲਵੋ ਬੱਸਾਂ ਦੇ ਹਵਾਈ ਅੱਡੇ ਤੱਕ ਚੱਲਣ ਨੂੰ ਮਨਜ਼ੂਰੀ ਵੀ ਦੇ ਦਿੱਤੀ ਗਈ ਹੈ। ਦਿੱਲੀ ਸਰਕਾਰ ਦੇ ਟਰਾਂਸਪੋਰਟ ਵਿਭਾਗ ਦੇ ਸਕੱਤਰ OP ਮਿਸ਼ਰਾ ਨੇ ਇਸ ਸੰਬੰਧੀ ਅਧਿਕਾਰਤ ਪੱਤਰ ਵੀ ਜਾਰੀ ਕਰ ਦਿੱਤਾ ਹੈ। ਖਾਸ ਗੱਲ ਇਹ ਵੀ ਪਤਾ ਲੱਗੀ ਹੈ ਕਿ ਦਿੱਲੀ ਸਰਕਾਰ ਦੇ ਟਰਾਂਸਪੋਰਟ ਵਿਭਾਗ ਦੇ ਵੱਲੋਂ ਪੰਜਾਬ ਤੋਂ ਦਿੱਲੀ ਹਵਾਈ ਅੱਡੇ ਤੱਕ ਜਾਣ ਵਾਸਤੇ, ਆਉਣ ਵਾਸਤੇ ਜਿਹੜੀਆਂ ਇਹ ਬੱਸਾਂ ਚੱਲਣਗੀਆਂ, ਉਹਦੇ ਵਾਸਤੇ ਇੱਕ ਵਿਸ਼ੇਸ਼ ਕੋਰੀਡੋਰ ਵੀ ਐਲਾਨ ਦਿੱਤਾ ਗਿਆ ਕਿ ਉੱਥੇ ਤੱਕ ਜਾਇਆ ਕਰਨਗੀਆਂ। ਇਸ ਪੱਤਰ ਦੇ ਮੁਤਾਬਕ ਪੰਜਾਬ ਤੋਂ ਦਿੱਲੀ ਜਾਣ ਵਾਲੀਆਂ ਬੱਸਾਂ ਵਾਇਆ ਸਿੰਘੂ ਬਾਰਡਰ, ਕੈਪਟਨ ਵਿਕਰਮ ਬੱਤਰਾ ਚੌਂਕ, ਮੁਕਰਬਾ ਚੌਂਕ, ਮਧੂਬਨ ਚੌਂਕ, ਜਨਕਪੁਰੀ ਡਿਸਟ੍ਰਿਕਟ ਸੈਂਟਰ, ਧੌਲਾ ਕੂਆਂ, ਐਰੋਸਿਟੀ ਅੰਡਰਪਾਸ ਹੁੰਦੇ ਹੋਏ ਹਵਾਈ ਅੱਡੇ ਦੇ ਉਸ ਸਟੇਜਿੰਗ ਏਰੀਏ ਤੱਕ ਪਹੁੰਚਿਆ ਕਰਨਗੀਆਂ। ਪੰਜਾਬ ਤੋਂ ਜਾਇਆ ਵੀ ਕਰਨਗੀਆਂ ਤੇ ਉੱਥੋਂ ਸਵਾਰੀਆਂ ਲੈ ਕੇ ਪੰਜਾਬ ਨੂੰ ਆਇਆ ਵੀ ਕਰਨ, ਤਾਂ ਕਿ ਰਸਤੇ ਵਿੱਚ ਜਾਂ ਉੱਥੇ ਸੰਚਾਲਨ ਦੇ ਵਿੱਚ ਕੋਈ ਪਰੇਸ਼ਾਨੀ ਨਾ ਹੋਵੇ। ਇਹਦੇ ਲਈ ਦਿੱਲੀ ਸਰਕਾਰ ਦੇ ਪ੍ਰਿੰਸੀਪਲ ਸੈਕਟਰੀ ਕਮ ਕਮਿਸ਼ਨਰ ਦਿੱਲੀ ਟਰਾਂਸਪੋਰਟ ਵਿਭਾਗ, ਸਕੱਤਰ ਟਰਾਂਸਪੋਰਟ ਮੰਤਰੀ, ਸਟੇਟ ਟਰਾਂਸਪੋਰਟ ਕਮਿਸ਼ਨਰ ਪੰਜਾਬ, ਵਿਸ਼ੇਸ਼ ਕਮਿਸ਼ਨਰ ਦਿੱਲੀ ਟ੍ਰੈਫਿਕ ਪੁਲਿਸ, ਸੰਯੁਕਤ ਸਕੱਤਰ ਟਰਾਂਸਪੋਰਟ ਵਿਭਾਗ ਨਵੀਂ ਦਿੱਲੀ, ਸੀਨੀਅਰ ਸਿਸਟਮ ਐਨਾਲਿਸਟ ਟਰਾਂਸਪੋਰਟ ਡਿਪਾਰਟਮੈਂਟ ਨਵੀਂ ਦਿੱਲੀ, ਸਹਾਇਕ ਸਕੱਤਰ STA ਨਵੀਂ ਦਿੱਲੀ ਅਤੇ ਦਿੱਲੀ ਏਅਰਪੋਰਟ ਸਰਵਿਸਿਜ਼ ਪ੍ਰਾਈਵੇਟ ਦੇ CEO ਨੂੰ ਵੀ ਇਹਨਾਂ ਸਾਰੀ ਗੱਲ ਦੇ ਬਾਬਤ ਸੂਚਿਤ ਕਰ ਦਿੱਤਾ ਗਿਆ ਤੇ ਉਹਨਾਂ ਨੂੰ ਵੀ ਇਹ ਪੱਤਰ ਜਾਰੀ ਕਰ ਦਿੱਤਾ ਗਿਆ। ਅਤੇ ਪੱਤਰ ਦੇ ਵਿੱਚ ਵਿਸ਼ੇਸ਼ ਤੌਰ ਤੇ ਇਸ ਗੱਲ ਦਾ ਜ਼ਿਕਰ ਕੀਤਾ ਗਿਆ, ਇਹ ਗੱਲ ਜ਼ਰੂਰ ਲਿਖੀ ਗਈ ਹੈ ਕਿ ਪੰਜਾਬ ਤੋਂ ਸ਼ੁਰੂ ਹੋਣ ਜਾ ਰਹੇ ਬੱਸ ਸੰਚਾਲਨ ਲਈ ਵਿਸਥਾਰਤ ਤੌਰ ਤਰੀਕੇ ਬਾਰੇ ਸਟੇਟ ਟਰਾਂਸਪੋਰਟ ਵਿਭਾਗ ਦੇ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਦਫ਼ਤਰ ਨੂੰ ਦਿੱਲੀ ਦੇ ਟਰਾਂਸਪੋਰਟ ਵਿਭਾਗ ਤੋਂ ਏਅਰਪੋਰਟ ਵੋਲਵੋ ਦੇ ਸੰਚਾਲਨ ਲਈ ਮਿਲੀ ਮਨਜ਼ੂਰੀ ਅਧਿਕਾਰਤ ਤੌਰ ਤੇ ਪੱਤਰ ਜਾਰੀ ਕਰਕੇ ਸੂਚਿਤ ਕੀਤਾ ਜਾ ਰਿਹਾ ਹੈ।
ਹੁਣ ਵਿਰੋਧੀ ਧਿਰਾਂ ਵੀ ਮੰਗ ਕਰ ਰਹੀਆਂ ਸੀ ਕਿ ਹੁਣ ਤੁਹਾਡੀ ਸਰਕਾਰ ਪੰਜਾਬ 'ਚ ਵੀ ਦਿੱਲੀ 'ਚ ਵੀ ਬੱਸਾਂ ਚਲਾ ਦਿਓ। ਪੰਜਾਬ ਵਾਸਤੇ ਇਹ ਚੰਗੀ ਖਬਰ ਹੈ। ਦੂਸਰੇ ਪਾਸੇ ਜਿਨ੍ਹਾਂ ਨੇ ਦਿੱਲੀ ਹਵਾਈ ਅੱਡੇ ਤੱਕ ਸਫ਼ਰ ਕਰਨਾ ਉਹਨਾਂ ਵਾਸਤੇ ਵੀ ਚੰਗੀ ਖਬਰ ਹੈ ਕਿ ਜਿੱਥੇ ਪੰਜਾਬ ਦੇ ਖਜ਼ਾਨੇ ਵਿੱਚ ਇਹ ਪੈਸਾ ਆਏਗਾ ਉਹਦੇ ਨਾਲ ਪ੍ਰਾਈਵੇਟ ਬੱਸਾਂ ਦੇ ਮੁਕਾਬਲਤਨ ਇਹਨਾਂ ਦਾ ਖਰਚਾ, ਇਹਨਾਂ ਦਾ ਕਿਰਾਇਆ ਤਕਰੀਬਨ ਉਹਨਾਂ ਨਾਲੋਂ ਅੱਧਾ ਹੋਵੇਗਾ। ਅਗਲੀ ਜਿਹੜੀ ਖਬਰ ਹੈ, ਸੱਚਮੁੱਚ ਦੁਨੀਆ ਸੁੰਨ ਹੋਈ ਪਈ ਆ 29 ਮਈ ਦੀ। ਪੰਜਾਬ ਦੀ ਸ਼ਾਇਦ ਹੀ ਕੋਈ ਇਸ ਤਰ੍ਹਾਂ ਦੀ ਅੱਖ ਹੋਵੇ ਜਿਹੜੀ ਨਾ ਰੋਈ ਹੋਵੇ। ਕੋਈ ਭਾਵੇਂ ਉਹਨਾਂ ਦੇ ਗੀਤਾਂ ਨੂੰ ਪਸੰਦ ਕਰਦਾ ਸੀ, ਭਾਵੇਂ ਨਹੀਂ ਕਰਦਾ ਸੀ, ਉਹ ਗੱਲ ਤਾਂ ਬਾਅਦ ਦੀ ਹੈ। ਪਰ ਸਾਰੇ ਲੋਕ ਇਸ ਗੱਲ ਦੀ ਨਿੰਦਿਆ ਕਰ ਰਹੇ ਆ ਕਿ ਜਿਸ ਕਾਇਰਤਾ ਦੇ ਨਾਲ ਸਿੱਧੂ ਮੂਸੇਵਾਲੇ ਦਾ ਕਤਲ ਕੀਤਾ ਗਿਆ, ਘੇਰ ਕੇ ਕਤਲ ਕੀਤਾ ਗਿਆ, ਉਹਦੇ ਵਿੱਚ ਨਿੱਤ ਨਵੇਂ ਖੁਲਾਸੇ ਹੋ ਰਹੇ ਨੇ। ਹੁਣ ਇੱਕ ਨਵਾਂ ਖੁਲਾਸਾ ਹੋਇਆ ਜਿਸ ਦੇ ਵਿੱਚ ਗੱਲ ਸਾਹਮਣੇ ਆਈ ਹੈ ਕਿ ਮੂਸੇਵਾਲਾ ਤੇ ਜਦੋਂ ਉਹਦੇ ਸਾਥੀਆਂ ਤੇ ਹਮਲਾ ਹੁੰਦਾ ਹੈ, ਉਸ ਵਕਤ ਉਹਦੇ ਪਿਸਤੌਲ ਦੇ ਵਿੱਚ ਸਿਰਫ 2 ਗੋਲੀਆਂ ਸੀ। ਇਸ ਖੁਲਾਸੇ ਤੋਂ ਬਾਅਦ ਇਸ ਮਸਲੇ ਦੇ ਵਿੱਚ ਨਵਾਂ ਮੋੜ ਆਉਂਦਾ ਨਜ਼ਰ ਆ ਰਿਹਾ ਹੈ। ਹੁਣ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿ ਕੀ ਕਿਸੇ ਨੇ ਸਾਜ਼ਿਸ਼ ਦੇ ਤਹਿਤ ਮੂਸੇਵਾਲਾ ਦੀ 45 ਬੋਰ ਦੀ ਰਿਵਾਲਵਰ ਦੇ ਵਿੱਚੋਂ ਬਾਕੀ ਗੋਲੀਆਂ ਪਹਿਲਾਂ ਹੀ ਕੱਢ ਲਈਆਂ ਸੀ? ਕਿਉਂਕਿ ਖਬਰ ਤਾਂ ਇਹ ਹੈ ਕਿ ਉਹ ਆਪਣੇ ਰਿਵਾਲਵਰ ਨੂੰ ਹਮੇਸ਼ਾ ਲੋਡ ਕਰਕੇ ਰੱਖਦਾ ਸੀ। ਫਿਰ 9 ਦੀ ਥਾਂ ਤੇ 2 ਗੋਲੀਆਂ ਕਿਉਂ? ਕੀ ਸੱਚਮੁੱਚ ਜਿਸ ਤਰ੍ਹਾਂ ਪਿਛਲੇ ਦਿਨਾਂ ਤੋਂ ਇੱਕ ਦੰਦ ਚਰਚਾ, ਇੱਕ ਖੁੰਡ ਚਰਚਾ ਬਣੀ ਹੋਈ ਹੈ ਕਿ ਕਿਹਨੇ ਉਹਨੂੰ ਕਿਹਾ ਬਈ ਕਿ ਚੱਲ ਬੁਲਟ ਪ੍ਰੂਫ ਗੱਡੀ ਘਰ ਛੱਡ ਚੱਲਦੇ ਆਂ, ਕਿਹਨੇ ਉਹਨੂੰ ਕਿਹਾ ਕਿ ਗਨਮੈਨ ਘਰ ਹੀ ਛੱਡ ਜਾ, ਜਦੋਂ ਕਿ ਇੱਕ ਦਿਨ ਪਹਿਲਾਂ ਉਹ ਚਿੰਤਾ ਪ੍ਰਗਟਾਉਂਦਾ ਹੈ ਕਿ ਮੇਰੇ ਗਨਮੈਨ ਘਟਾਏ ਹੈ, ਜਿਹੜੇ 2 ਸੀ ਉਹ ਵੀ ਨਾਲ ਨਹੀਂ ਲੈ ਕੇ ਗਏ। ਫਿਰ ਜਿਹੜਾ ਕੋਲ ਲਾਇਸੈਂਸੀ ਹਥਿਆਰ ਹੈ ਉਹਦੇ 'ਚ ਗੋਲੀਆਂ ਵੀ 9 ਦੀਆਂ 9 ਹੈ ਨਹੀਂ। ਕਿ ਸੱਚਮੁੱਚ ਕੋਈ ਨੇੜੇ ਦੇ ਸਰਕਲ ਦਾ ਬੰਦਾ ਇਸ ਸਾਜ਼ਿਸ਼ ਦੇ ਵਿੱਚ ਹੈ? ਇਸ ਦਾ ਹਾਲੇ ਤੱਕ ਭਾਵੇਂ ਖੁਲਾਸਾ ਨਹੀਂ ਹੋਇਆ, ਪਰ ਦੱਸਿਆ ਜਾ ਰਿਹਾ ਹੈ ਕਿ ਉਸ ਪਿਸਤੌਲ ਦੇ ਵਿੱਚ ਕੁੱਲ 9 ਗੋਲੀਆਂ ਲੋਡ ਹੁੰਦੀਆਂ ਸੀ। ਦੇ ਘਟਨਾ ਦੇ ਸਮੇਂ ਇਹ ਵੀ ਖਬਰਾਂ ਨੇ ਕਿ ਜਦੋਂ ਮੂਸੇਵਾਲਾ ਨੇ ਖੁਦ ਨੂੰ ਘਿਰਿਆ ਹੋਇਆ ਪਾਇਆ, ਉਹਨੇ ਪਿਸਤੌਲ ਵੀ ਕੱਢੀ, ਉਹਨੇ ਫਾਇਰਿੰਗ ਵੀ ਕੀਤੀ, ਪਰ 2 ਗੋਲੀਆਂ ਚੱਲ ਸਕੀਆਂ ਕਿਉਂਕਿ ਗੋਲੀਆਂ ਹੈ ਹੀ 2 ਸੀ। ਇਸ ਗੱਲ ਦਾ ਜਿਹੜਾ ਖੁਲਾਸਾ ਕਿਸੇ ਹੋਰ ਨੇ ਨਹੀਂ ਕੀਤਾ। ਮੂਸੇਵਾਲੇ ਦੇ ਨਾਲ ਜਿਹੜਾ ਉਸ ਵਕਤ ਥਾਰ 'ਚ ਸਵਾਰ ਨੌਜਵਾਨ ਸੀ ਉਹਨੇ ਕੀਤਾ। ਔਰ ਇਹ ਇੱਕ ਵਿਧਾਇਕ ਜਿਹੜਾ ਉਹਨਾਂ ਦੀ ਖਬਰ ਲੈਣ ਗਿਆ ਸੀ ਉਹਦੇ ਸਾਹਮਣੇ ਕੀਤਾ। ਉਹ ਕਹਿੰਦੇ ਜਿਸ ਵਕਤ ਹਮਲਾਵਰਾਂ ਨੇ ਮੂਸੇਵਾਲੇ ਦੀ ਗੱਡੀ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ ਤਾਂ ਉਹਨਾਂ ਨੂੰ ਇਸ ਗੱਲ ਦਾ ਅਹਿਸਾਸ ਹੋ ਗਿਆ ਸੀ ਕਿ ਖਤਰਾ ਉਹਨਾਂ ਦੇ ਆਲੇ ਦੁਆਲੇ ਹੈ। ਮੂਸੇਵਾਲੇ ਨੇ, ਉਹ ਕਹਿੰਦੇ, ਆਪਣੇ ਮੌਜੂਦ ਸਾਥੀਆਂ ਦੇ ਨਾਲ ਇਸ ਮਸਲੇ ਤੇ ਗੱਲਬਾਤ ਕੀਤੀ। ਮਿੱਤਰੋ, ਖਤਰੇ ਦੀ ਘੰਟੀ ਲੱਗਦਾ ਵੱਜ ਰਹੀ ਹੈ। ਉਹ ਕਹਿੰਦੇ ਸਾਨੂੰ ਉਹਨੇ ਅਲਰਟ ਕਰ ਦਿੱਤਾ ਸੀ। ਹਲੇ ਕਹਿੰਦੇ ਅਸੀਂ ਇਹ ਗੱਲਾਂ ਕਰੀ ਰਹੇ ਸੀ, ਚਰਚਾ ਚੱਲੀ ਰਹੀ ਸੀ ਕਿ ਹਮਲਾਵਰਾਂ ਨੇ ਥਾਰ ਦੇ ਟਾਇਰਾਂ ਦੇ ਉੱਤੇ ਪਹਿਲਾਂ ਗੋਲੀਆਂ ਚਲਾਈਆਂ। ਹੁਣ ਅੱਗੇ ਚੱਲ ਕੇ ਇਹਦੀ ਹੋਰ ਵੀ ਜਾਣਕਾਰੀ ਮੈਂ ਤੁਹਾਡੇ ਨਾਲ ਉਹ ਵੀ ਸਾਂਝੀ ਕਰਦਾ, ਪਰ ਇੱਕ ਇੱਕ ਕਰਕੇ ਆਪਾਂ ਪਰਤਾਂ ਖੋਲਾਂਗੇ। ਹੁਣ ਆਪਾਂ ਕੱਲ ਵੀ ਜ਼ਿਕਰ ਕੀਤਾ ਸੀ, ਦਿੱਲੀ ਪੁਲਿਸ ਨੇ 25 ਅਪ੍ਰੈਲ 2022 ਨੂੰ ਦਰਅਸਲ ਸ਼ਾਹਰੁਖ ਨਾਂ ਦੇ ਇੱਕ ਨੌਜਵਾਨ ਨੂੰ, ਇੱਕ ਸ਼ਾਰਪ ਸ਼ੂਟਰ ਨੂੰ ਗ੍ਰਿਫਤਾਰ ਕੀਤਾ ਸੀ ਤੇ ਉਹਨੇ ਬਹੁਤ ਸਾਰੇ ਰਾਜ ਪਹਿਲਾਂ ਵੀ ਉਗਲੇ ਸੀ ਤੇ ਅੱਜ ਕੁਝ ਹੋਰ ਉਗਲ ਦਿੱਤੇ ਹੈ। ਲਾਰੈਂਸ ਬਿਸ਼ਨੋਈ ਗਰੁੱਪ ਦਾ ਨਾਮ ਸਾਹਮਣੇ ਆ ਰਿਹਾ ਹੈ। ਉਹਦੇ ਤੋਂ ਬਾਅਦ ਦਿੱਲੀ ਪੁਲਿਸ ਦਾ ਇੱਕ ਸਪੈਸ਼ਲ ਸੈੱਲ ਹੈ, ਆ ਮੰਗਲਵਾਰ ਵਾਲੇ ਦਿਨ ਪੁੱਛਗਿੱਛ ਵਾਸਤੇ 5 ਦਿਨਾਂ ਦਾ ਉਹਨਾਂ ਨੇ ਰਿਮਾਂਡ ਲੈ ਲਿਆ ਸੀ ਲਾਰੈਂਸ ਦਾ। ਲਾਰੈਂਸ ਹਾਲੇ ਤਿਹਾੜ ਜੇਲ੍ਹ ਦੇ ਵਾਰਡ ਨੰਬਰ 8 'ਚ ਬੰਦਾ ਹੈ, ਜਿੱਥੇ ਰਹਿ ਕੇ ਉਹ ਧੜੱਲੇ ਨਾਲ ਮੋਬਾਈਲ ਦੀ ਵਰਤੋਂ ਕਰਦਾ ਰਿਹਾ, ਉੱਥੋਂ ਰਹਿ ਕੇ ਆਪਣੇ ਗਰੋਹ ਨੂੰ ਚਲਾਉਂਦਾ ਰਿਹਾ। ਸਪੈਸ਼ਲ ਸੈੱਲ ਦੇ ਸੂਤਰਾਂ ਦੇ ਮੁਤਾਬਕ ਲਾਰੈਂਸ ਜਾਂਚ ਦੇ ਵਿੱਚ ਸਹਿਯੋਗ ਨਹੀਂ ਕਰ ਰਿਹਾ। ਉਹਨੂੰ ਜਦੋਂ ਪੁੱਛਿਆ ਗਿਆ ਕਿ ਭਾਈ ਜ਼ਿੰਮੇਵਾਰੀ ਲਈ ਹੈ ਮੂਸੇਵਾਲੇ ਦੇ ਕਤਲ ਦੀ, ਗੋਲਡੀ ਬਰਾੜ ਦੀ ਫੇਸਬੁੱਕ ਪੋਸਟ ਨਾਲ, ਉਹ ਕਹਿੰਦਾ ਮੇਰਾ ਕੀ ਲੈਣਾ ਦੇਣਾ। ਹੁਣ ਤੱਕ ਦੀ ਜਾਂਚ ਤੋਂ ਇਹ ਸਾਫ਼ ਹੋ ਗਿਆ ਕਿ ਲਾਰੈਂਸ ਤੇ ਸ਼ੂਟਰਾਂ ਨੇ ਮੂਸੇਵਾਲੇ ਦਾ ਕਤਲ ਕੀਤਾ ਹੈ। ਪੰਜਾਬ ਪੁਲਿਸ ਵੀ ਲਾਰੈਂਸ ਤੋਂ ਪੁੱਛਗਿੱਛ ਕਰਨ ਵਾਸਤੇ 2 ਦਿਨਾਂ ਤੋਂ ਸੈੱਲ ਦੇ ਦਫ਼ਤਰ ਦੇ ਵਿੱਚ ਬੈਠੀ ਹੈ, ਦਿੱਲੀ ਪਹੁੰਚੀ ਹੋਈ ਹੈ। ਪਹਿਲਾਂ ਸਪੈਸ਼ਲ ਸੈੱਲ ਲਾਰੈਂਸ ਤੋਂ ਪੁੱਛਗਿੱਛ ਕਰ ਰਿਹਾ ਹੈ, ਉਹਦੇ ਤੋਂ ਪਿੱਛੋਂ ਪੰਜਾਬ ਪੁਲਿਸ ਉਸ ਨੂੰ ਰਿਮਾਂਡ ਤੇ ਲੈਣ ਦੀ ਤਿਆਰੀ ਕਰ ਰਹੀ ਹੈ। ਜਿਹੜਾ 25 ਅਪ੍ਰੈਲ ਨੂੰ ਸ਼ੂਟਰ ਫੜਿਆ ਗਿਆ, ਜਿਸ ਦਾ ਨਾਮ ਮੈਂ ਤੁਹਾਨੂੰ ਸ਼ਾਹਰੁਖ ਦੱਸ ਰਿਹਾ, ਉਹਨੇ ਬੀਤੇ ਦਿਨ ਹੀ ਦੱਸਿਆ ਸੀ ਕਿ ਮੂਸੇਵਾਲਾ ਦੇ ਪਿੰਡ ਦੀ ਮੈਂ ਰੇਕੀ ਕੀਤੀ ਸੀ। ਮੈਂ ਜਦੋਂ ਜਾ ਕੇ ਵੇਖਿਆ ਕਿ AK-47 ਲੈ ਕੇ ਬੈਠੇ ਆ, ਮੈਂ ਆ ਕੇ ਕਿਹਾ ਸੀ ਭਾਈ ਇਸ ਤਰੀਕੇ ਨਾਲ ਉਹਦਾ ਕਤਲ ਨਹੀਂ ਹੋਣਾ, AK-47 ਦਾ ਬਦਲ ਦਿਓ। ਆ AN-94 ਜਿਹੜੀ ਰਫਲ ਦੇ ਨਾਲ ਉਹਦਾ ਕਤਲ ਕੀਤਾ ਗਿਆ, ਫਿਰ ਉਹ ਕਹਿੰਦੇ ਮੁਹੱਈਆ ਕਰਵਾਈਆਂ ਗਈਆਂ। ਹੁਣ ਉਹਨੇ ਸੈੱਲ ਨੂੰ ਦੱਸਿਆ ਕਿ ਮੂਸੇਵਾਲਾ ਦਾ ਕਤਲ ਕਰਨ ਲਈ ਉਸ ਨੂੰ ਗੋਲਡੀ, ਆ ਤੁਸੀਂ ਨਾਂ ਆ ਗਏ ਹੁਣ ਸਾਹਮਣੇ,
ਗੋਲਡੀ, ਲਾਰੈਂਸ ਬਿਸ਼ਨੋਈ, ਸਚਨ, ਜੱਗੂ ਭਗਵਾਨਪੁਰੀਆ, ਅਮਿਤ ਕਾਜਲਾ, ਸੋਨੂ ਕਾਜਲ ਅਤੇ ਬਿੱਟੂ ਤੋਂ ਇਲਾਵਾ ਫਰੀਦਾਬਾਦ ਦੇ ਸੈਕਟਰ 8 ਦਾ ਸਤਿੰਦਰ ਕਾਲਾ ਅਤੇ ਅਜੇ ਗਿੱਲ ਹਰ ਸਮਾਨ ਜ਼ਰੂਰੀ ਮੁਹੱਈਆ ਕਰਵਾਉਣ ਦੇ ਵਿੱਚ ਲੱਗ ਗਏ। ਕਹਿੰਦੇ ਜਦੋਂ ਮੈਂ ਉਹਨਾਂ ਨੂੰ ਆਖ ਦਿੱਤਾ ਸੀ ਕਿ ਭਾਈ AK-47 ਨੇ ਉਹਨਾਂ ਕੋਲੇ, ਸਾਨੂੰ ਉਹਦਾ ਬਦਲ ਦਿਓ, ਆ ਸਾਰਿਆਂ ਦਾ ਨਾਮ ਉਗਲਿਆ ਉਸ ਸ਼ਾਹਰੁਖ ਨੇ ਜਿਹੜਾ 25 ਅਪ੍ਰੈਲ 2022 ਨੂੰ ਦਿੱਲੀ ਪੁਲਿਸ ਨੇ ਫੜਿਆ ਸੀ। ਤੇ ਕੱਲ ਮੈਂ ਤੁਹਾਨੂੰ ਦੱਸ ਰਿਹਾ ਸੀ ਕਿ ਜਦੋਂ ਇਸ ਗੱਲ ਦਾ ਖੁਲਾਸਾ ਹੋਇਆ ਕਿ ਸੁਪਾਰੀ ਮਿਲ ਚੁੱਕੀ ਹੈ ਸਿੱਧੂ ਮੂਸੇਵਾਲੇ ਦੀ, ਤਾਂ ਦਿੱਲੀ ਪੁਲਿਸ ਨੇ ਆਖਿਆ ਸੀ ਪੰਜਾਬ ਪੁਲਿਸ ਨੂੰ ਦੱਸ ਦਿੱਤਾ ਸੀ। ਹੁਣ ਪੰਜਾਬ ਪੁਲਿਸ ਤੇ ਸਵਾਲ ਹੈ ਕਿ ਜੇਕਰ ਤੁਹਾਨੂੰ ਇਹ ਜਾਣਕਾਰੀ ਦੇ ਵੀ ਦਿੱਤੀ ਗਈ ਸੀ, ਸਿਕਿਉਰਿਟੀ ਵਧਾਉਣੀ ਚਾਹੀਦੀ ਸੀ ਜਾਂ ਘਟਾਉਣੀ ਚਾਹੀਦੀ ਸੀ, ਜਾਂ ਤੁਸੀਂ ਕੀਤਾ ਕੀ? ਇਹ ਅਦਾਲਤ 'ਚ ਜਵਾਬ ਦੇਣੇ ਪੈਣਗੇ। ਤੇ ਅੱਜ 2 ਤਰੀਕ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਤਲਬ ਕੀਤੀ ਹੋਈ ਹੈ ਕਿ ਸਾਨੂੰ ਦੱਸਿਆ ਜਾਵੇ ਕਿ ਜਿਨ੍ਹਾਂ ਦੀ ਸਿਕਿਉਰਿਟੀ ਘਟਾਈ ਸੀ ਉਹਦਾ ਆਧਾਰ ਕੀ ਸੀ। ਵੇਖਦੇ ਹਾਂ ਪੰਜਾਬ ਸਰਕਾਰ ਕੀ ਜਵਾਬ ਦਿੰਦੀ ਹੈ। ਸੈੱਲ ਦਾ ਕਹਿਣਾ ਹੈ, ਜਿਹੜੇ ਪੁੱਛਗਿੱਛ ਕਰ ਰਹੇ ਨੇ, ਕਿ ਇਹਨਾਂ 'ਚ ਕੁਝ ਬਦਮਾਸ਼ ਜੇਲ੍ਹ 'ਚ ਨੇ ਤੇ ਕੁਝ ਵਿਦੇਸ਼ਾਂ 'ਚ ਨੇ। ਸ਼ਾਰਕ ਸਿਗਨਲ ਦੀ ਐਪ ਹੈ ਜਿਹੜੀ, ਉਹਦੇ ਜ਼ਰੀਏ ਗੋਲਡੀ ਤੇ ਲਾਰੈਂਸ ਦੇ ਨਾਲ ਗੱਲਬਾਤ ਕਰਿਆ ਕਰਦਾ ਸੀ। ਇਹ ਗੱਲ ਉਹਨੇ ਦੱਸ ਦਿੱਤੀ ਹੈ। ਲਾਰੈਂਸ ਕੋਲ ਕਿਹੜਾ ਨੰਬਰ ਹੈ ਉਹ ਵੀ ਉਹਨੇ ਦੱਸ ਦਿੱਤਾ ਕਿ ਇਸ ਨੰਬਰ ਦੇ ਉੱਤੇ ਸਾਡੀ ਗੱਲਬਾਤ ਹੁੰਦੀ ਸੀ ਤੇ ਲਾਰੈਂਸ ਇਸ ਮੋਬਾਈਲ ਨੰਬਰ ਨੂੰ ਜੇਲ੍ਹ ਦੇ ਵਿੱਚ ਬੈਠ ਕੇ ਇਸਤੇਮਾਲ ਕਰਦਾ ਸੀ। ਦੂਸਰੇ ਪਾਸੇ ਲਾਰੈਂਸ ਨੇ ਦਿੱਲੀ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕਰਕੇ ਸੁਰੱਖਿਆ ਦੀ ਮੰਗ ਕੀਤੀ ਸੀ ਅਤੇ ਬੁੱਧਵਾਰ ਨੂੰ ਪਟੀਸ਼ਨ ਤੇ ਸੁਣਵਾਈ ਤੋਂ ਪਹਿਲਾਂ ਹੀ ਸਪੈਸ਼ਲ ਸੈੱਲ ਨੇ ਉਹਨੂੰ ਰਿਮਾਂਡ ਤੇ ਲੈ ਲਿਆ ਸੀ। ਤੇ ਹੁਣ ਖਬਰ ਹੈ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਉਹ ਪਟੀਸ਼ਨ ਪਾਉਣ ਦੀ ਤਿਆਰੀ ਕਰ ਰਹੇ ਹੈ। ਹੁਣ ਤੁਸੀਂ ਦੇਖੋ ਕਿ ਨਾਮ ਲੈ ਰਿਹਾ ਇੱਕ ਬੰਦਾ, ਇੱਕ ਗੁਰਗਾ ਜਿਹੜਾ ਉਹਨਾਂ ਦਾ, ਜਿਹਨੂੰ ਸੁਪਾਰੀ ਦਿੱਤੀ ਗਈ ਸੀ। ਪਰ ਹਮਲੇ ਦੇ ਵੇਲੇ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸ ਰਿਹਾ ਸੀ, ਤਾਂ ਮੈਂ ਕੜੀ ਜੋੜਾਂ ਤੁਹਾਡੇ ਨਾਲ, ਜਿਸ ਤਰ੍ਹਾਂ ਉਹ ਕਹਿੰਦੇ ਨੇ ਕਿ ਸਾਨੂੰ ਪਤਾ ਲੱਗ ਗਿਆ ਸੀ ਕਿ ਹਮਲਾ ਸਾਡੇ ਉੱਤੇ ਹੋ ਸਕਦਾ ਹੈ, ਸਾਨੂੰ ਉਹ ਅਲਰਟ ਕਰ ਰਿਹਾ ਸੀ। ਇਹ ਜਿਹੜੇ ਜ਼ਖਮੀ ਨੌਜਵਾਨ ਨੇ ਇਸ ਵਕਤ ਲੁਧਿਆਣਾ ਦੇ DMC ਹਸਪਤਾਲ 'ਚ ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ, ਅਸਲ ਦੇ ਵਿੱਚ ਉਹਨਾਂ ਦਾ ਪਤਾ ਲੈਣ ਵਾਸਤੇ ਪਹੁੰਚੇ ਸੀ ਆਪ ਵਿਧਾਇਕ ਗੁਰਪ੍ਰੀਤ ਸਿੰਘ ਵਣਾਵਾਲੀ। ਗੁਰਪ੍ਰੀਤ ਸਿੰਘ ਵਣਾਵਾਲੀ ਨੇ ਦੱਸਿਆ ਕਿ ਜ਼ਖਮੀ ਨੌਜਵਾਨਾਂ ਦਾ ਇਲਾਜ ਪੰਜਾਬ ਸਰਕਾਰ ਆਪਣੇ ਖਰਚੇ ਤੇ ਕਰਵਾਏਗੀ। ਉਹਨਾਂ ਨੇ ਇਹ ਵੀ ਦੱਸਿਆ ਕਿ ਮੂਸੇਵਾਲੇ ਦੇ ਪਿਤਾ ਦੇ ਨਾਲ ਮੁੱਖ ਮੰਤਰੀ ਨੇ ਫੋਨ ਤੇ ਗੱਲਬਾਤ ਕੀਤੀ ਹੈ, ਡੂੰਘੇ ਦੁੱਖ ਦਾ ਪ੍ਰਗਟਾਵਾ ਵੀ ਕੀਤਾ ਅਤੇ ਉਹਨਾਂ ਨੇ ਇਹ ਵੀ ਕਿਹਾ ਕਿ ਮੂਸੇਵਾਲਾ ਦੇ ਕਾਤਲਾਂ ਨੂੰ ਜਲਦ ਸਲਾਖਾਂ ਪਿੱਛੇ ਵੀ ਡੱਕਾਂਗੇ। ਉਹ ਜਿੱਡਾ ਮਰਜ਼ੀ ਕੋਈ ਤਾਕਤਵਰ ਹੋਵੇ, ਨਾ ਕੋਈ ਲਿਹਾਜ਼, ਨਾ ਕਿਸੇ ਨਾਲ ਨਰਮੀ ਇਹ ਨਹੀਂ ਵਰਤੀ ਜਾਊ, ਕੋਈ ਢਿੱਲ ਨਹੀਂ ਵਰਤੀ ਜਾਊਗੀ। ਪਰ ਉਹਨਾਂ ਨੇ ਇਹ ਵੀ ਦੱਸਿਆ ਕਿ ਜਦੋਂ ਅਸੀਂ ਥਾਰ ਦੇ ਵਿੱਚ ਜਾ ਰਹੇ ਸੀ, ਜਿੱਥੇ ਸਾਰੀ ਘਟਨਾਕ੍ਰਮ ਜਵਾਹਰ ਕੇ ਪਿੰਡ ਵਿੱਚ ਵਾਪਰਦੀ ਹੈ, ਉਹ ਕਹਿੰਦੇ ਅਸੀਂ ਤਿੰਨੋਂ ਹੀ ਗੱਲਾਂ ਕਰਦੇ ਜਾ ਰਹੇ ਸੀ। ਜਿਸ ਤਰ੍ਹਾਂ ਉਹਨੇ ਸਾਨੂੰ ਦੱਸਿਆ ਕਿ ਲੱਗਦਾ ਮਿੱਤਰੋ ਖਤਰੇ ਦੀ ਘੰਟੀ ਹੈ, ਜਿਸ ਤਰ੍ਹਾਂ ਪਹਿਲਾਂ ਦੱਸਿਆ ਕਿ ਪਿੱਛੋਂ ਪਹਿਲਾਂ ਇੱਕ ਫਾਇਰ ਹੁੰਦਾ ਹੈ। ਉਹ ਕਹਿੰਦੇ ਜਦੋਂ ਗੱਡੀ ਮੁੜਦੀ ਹੈ ਨਾ ਮੋੜ ਤੋਂ, ਅਸੀਂ ਗੱਡੀ ਹੌਲੀ ਕਰਦੇ ਹਾਂ। ਜਦੋਂ ਅਸੀਂ ਗੱਡੀ ਹੌਲੀ ਕਰਦੇ ਹਾਂ ਤਾਂ ਕਹਿੰਦੇ ਇੱਕ ਡਰਾਈਵਰ ਨੇ ਸਾਨੂੰ ਓਵਰਟੇਕ ਕਰ ਲਿਆ। ਪਹਿਲਾਂ ਤਾਂ ਸਾਨੂੰ ਲੱਗਾ ਸੱਚਮੁੱਚ ਖਤਰਾ ਹੈ, ਕਿਉਂਕਿ ਇਸ ਮਸਲੇ 'ਚ ਅਸੀਂ ਗੱਲਬਾਤ ਕਰਨੀ ਦਰਅਸਲ ਸ਼ੁਰੂ ਕਰ ਦਿੱਤੀ ਸੀ। ਪਰ ਜਦੋਂ ਸਾਨੂੰ ਇੱਕ ਗੱਡੀ ਓਵਰਟੇਕ ਕਰਦੀ ਆ, ਓਵਰਟੇਕ ਕਰਕੇ ਉਹ ਗੱਡੀ ਅੱਗੇ ਨਹੀਂ ਲੰਘਦੀ, ਉਹ ਗੱਡੀ ਸਾਡੇ ਸਾਹਮਣੇ ਬ੍ਰੇਕਾਂ ਮਾਰ ਦਿੰਦੀ ਹੈ, ਗੱਡੀ ਰੁਕ ਜਾਂਦੀ ਹੈ। ਪਰ ਕਹਿੰਦੇ ਸਾਡੇ ਵਾਸਤੇ ਇਹ ਵੀ ਕੋਈ ਨਵੀਂ ਗੱਲ ਨਹੀਂ ਸੀ। ਹਾਲੇ ਤੱਕ ਸਾਨੂੰ ਇਹ ਲੱਗਿਆ ਕਿ ਮੂਸੇਵਾਲੇ ਦੇ ਪ੍ਰਸ਼ੰਸਕ ਬਹੁਤ ਨੇ, ਇਹਦੇ ਚਾਹਣ ਵਾਲੇ ਇਹਨੂੰ ਬਹੁਤ ਨੇ। ਹੋ ਸਕਦਾ ਕੋਈ ਬੰਦਾ ਘਰ ਗਿਆ ਹੋਵੇ, ਅਸੀਂ ਘਰੋਂ ਨਿਕਲ ਆਏ ਹੋਈਏ, ਹੋ ਸਕਦਾ ਕਿ ਬੰਦਾ ਯਾਰ ਫੋਟੋ ਖਿਚਵਾਉਣੀ ਚਾਹੁੰਦਾ ਹੋਵੇ, ਕਿਉਂਕਿ ਮੂਸੇਵਾਲੇ ਨਾਲ ਫੋਟੋਆਂ ਖਿਚਵਾਉਣ ਵਾਲਿਆਂ ਦਾ ਵੀ ਕਹਿੰਦੇ ਮੇਲਾ ਹੀ ਲੱਗਿਆ ਰਹਿੰਦਾ ਸੀ ਔਰ ਫੋਟੋਆਂ ਖਿਚਵਾਉਂਦਾ ਵੀ ਸੀ। ਉਹ ਕਹਿੰਦੇ ਜਦੋਂ ਗੱਡੀ ਹੌਲੀ ਉਹ ਕੀਤੀ ਅਸੀਂ ਕਿ ਮੂਹਰੇ ਤਾਂ ਗੱਡੀ ਰੁਕ ਗਈ ਤੇ ਹਲੇ ਅਸੀਂ ਇਹ ਸੀ ਕਿ ਕਿਹਦੇ ਕੋਲ ਦੀ ਗੱਡੀ ਕੱਢੀਏ ਨਾ ਕੱਢੀਏ, ਸਾਨੂੰ ਸੋਚਣ ਦਾ ਸਮਾਂ ਨਹੀਂ ਮਿਲਿਆ, ਕਿਉਂਕਿ ਮੂਸੇਵਾਲਾ ਖੁਦ ਗੱਡੀ ਡਰਾਈਵ ਕਰ ਰਿਹਾ ਸੀ। ਇੰਨੇ ਨੂੰ ਇੱਕ ਹੋਰ ਕਾਰ ਆਉਂਦੀ ਹੈ ਤੇ ਉਹ ਕਾਰ ਕਰੋਲਾ, ਉਹ ਕਾਰ ਐਨ ਥਾਰ ਦੇ ਬਰਾਬਰ ਚੜ੍ਹਦੀ ਹੈ ਤੇ ਟਾਇਰਾਂ ਦੇ ਵਿੱਚ ਠਾ 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 ਗੋਲੀਆਂ ਮਾਰ ਦਿੰਦੇ ਨੇ। ਹਲੇ ਇਹਦੇ ਤੋਂ ਪਹਿਲਾਂ ਕਿ ਅਸੀਂ ਸੰਭਲਦੇ, ਸਾਨੂੰ ਕੁਝ ਪਤਾ ਲੱਗਦਾ, ਇਹ ਕੁਝ ਸੈਕਿੰਡਾਂ ਦੇ ਵਿੱਚ ਹੋਇਆ ਕੰਮ ਸਾਰਾ। 5:30 ਤੋਂ ਕੁਝ ਸਮਾਂ ਬਾਅਦ ਦਾ ਇਹ ਗੱਲ ਹੈ। ਕੁਝ ਇੱਕ CCTV ਹੋਰ ਆ ਗਏ ਨੇ, ਘੱਟੋ ਘੱਟ 21-22 CCTV ਫੁਟੇਜ ਮਾਨਸਾ ਪੁਲਿਸ ਨੇ ਬਰਾਮਦ ਕਰ ਲਏ ਨੇ, ਕੱਢ ਲਏ ਨੇ ਵੱਖੋ ਵੱਖ ਥਾਵਾਂ ਤੋਂ। ਉਹ ਕਹਿੰਦੇ ਜਦੋਂ ਅਸੀਂ ਹਜੇ ਸੋਚਦੇ ਸੰਭਲਦੇ ਕਿ ਹੋ ਕੀ ਗਿਆ, ਹਮਲਾਵਰਾਂ ਨੇ ਗੋਲੀਆਂ ਦਾ ਮੀਂਹ ਵਰਾ ਦਿੱਤਾ, ਵਿਛਾੜੇ ਕਰ ਦਿੱਤੀ। ਪਹਿਲਾਂ ਤਾਂ ਟਾਇਰਾਂ 'ਚ ਗੋਲੀਆਂ ਮਾਰੀਆਂ,
ਫਿਰ ਇੱਕਦਮ ਅੰਨ੍ਹੇਵਾਹ ਗੋਲੀਆਂ ਅੱਗ ਵਰਨ ਲੱਗ ਪਈ। ਉਹ ਕਹਿੰਦੇ ਮੂਸੇਵਾਲਾ ਨੇ ਆਪਣਾ ਪਿਸਤੌਲ ਕੱਢਿਆ, ਗੋਲੀਆਂ ਉਹਨਾਂ ਨੇ ਵੀ ਚਲਾਈਆਂ। ਪਰ ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਉਹਨਾਂ ਕੋਲ ਸਿਰਫ 2 ਕਾਰਤੂਸ, 2 ਹੀ ਉਹ ਚਲਾ ਦਿੱਤੇ। ਉਹ ਕਹਿੰਦੇ ਇੱਕ ਪਾਸੇ ਹਥਿਆਰਬੰਦ ਵਿਅਕਤੀ ਵੀ ਵੱਧ, ਉਹਨਾਂ ਕੋਲ ਮਾਰੂ ਹਥਿਆਰ ਵੀ ਵੱਧ, ਹਮਲਾਵਰਾਂ ਦੀ ਗਿਣਤੀ ਵੀ ਜ਼ਿਆਦਾ। ਪਰ ਕਹਿੰਦੇ ਦੇਖਦਿਆਂ ਹੀ ਦੇਖਦਿਆਂ ਕੁਝ ਮਿੰਟਾਂ ਸੈਕਿੰਡਾਂ ਦੇ ਵਿੱਚ ਉਹਨਾਂ ਨੇ ਇਹ ਕੰਮ ਕੀਤਾ ਤੇ ਉੱਥੋਂ ਫਿਰ ਉਹ ਹਮਲਾ ਕਰਨ ਤੋਂ ਬਾਅਦ ਫਰਾਰ ਹੋ ਗਏ। ਤੇ ਮਾਨਸਾ ਤੋਂ ਗਈ ਪੁਲਿਸ ਟੀਮ ਨੇ ਇਹਨਾਂ ਨੌਜਵਾਨਾਂ ਦਾ ਬਿਆਨ ਵੀ ਦਰਜ ਕੀਤਾ ਹੈ। ਹੁਣ ਇੱਕ ਮੈਂ ਤੁਹਾਡਾ ਹੋਰ ਪਹਿਲੂ ਵੱਲ ਤੁਹਾਡਾ ਧਿਆਨ ਦਿਵਾਉਣਾ ਚਾਹੁੰਦਾ। ਆਮ ਤੌਰ ਤੇ ਆਪਾਂ ਨੂੰ ਲੱਗਦਾ ਹੈ ਕਿ ਸ਼ਾਇਦ ਕੋਈ ਆਮ ਬੰਦਾ ਹੋਣਾ ਹੈ ਜਿਹੜਾ ਇਸ ਕਾਂਡ ਨੂੰ ਅੰਜਾਮ ਦੇ ਗਿਆ ਤੇ ਫੁਰਰ ਹੋ ਗਿਆ। ਤੁਸੀਂ ਦੇਖੋ ਕਿ ਅਕਸਰ ਇੰਜ ਹੁੰਦਾ ਕਦੋਂ ਹੈ? ਅਕਸਰ ਇੰਜ ਉਦੋਂ ਹੁੰਦਾ ਹੈ ਜਦੋਂ ਕੋਈ ਫੌਜੀ ਆਪਰੇਸ਼ਨ ਹੋਵੇ। ਉਹਨਾਂ ਨੂੰ ਦੱਸਿਆ ਜਾਂਦਾ ਹੈ ਕਿ ਫਲਾਣੇ ਬੰਦੇ ਤੇ ਹੀ ਹਮਲਾ ਕਰਨਾ ਹੈ, ਟਾਰਗੇਟ ਤੁਹਾਡਾ ਕੀ ਹੈ। ਹੁਣ ਤੁਸੀਂ ਦੇਖੋ ਕਿ ਬੰਦੇ 3 ਨੇ ਥਾਰ 'ਚ, ਔਰ ਉਹ ਅੰਨਾ ਧੁੰਦ ਗੋਲੀਆਂ ਚਲਾ ਰਹੇ ਨੇ। ਉਹਨਾਂ ਦਾ ਨਿਸ਼ਾਨਾ ਸਿੱਧੂ ਮੂਸੇਵਾਲਾ ਸੀ। ਜਿਵੇਂ ਇੱਕ ਸੈਨਿਕ ਕਾਰਵਾਈ ਕੀਤੀ ਜਾਂਦੀ ਹੈ, ਇੱਕ ਫੌਜੀ ਕਾਰਵਾਈ ਕੀਤੀ ਜਾਂਦੀ ਹੈ ਕਿ ਜਿਹੜਾ ਤੁਹਾਡਾ ਨਿਸ਼ਾਨਾ ਹੈ ਉੱਥੇ ਹੀ, ਆਲੇ ਦੁਆਲੇ ਕੁਝ ਨਹੀਂ। ਹੁਣ ਇੱਕ ਇਸ ਪਹਿਲੂ ਤੋਂ ਵੀ ਜਾਂਚ ਕੀਤੀ ਜਾਣੀ ਚਾਹੀਦੀ ਹੈ ਕਿ ਅੰਨ੍ਹੇਵਾਹ ਗੋਲੀਆਂ ਚੱਲੀਆਂ। ਜਿਹੜੇ ਹਥਿਆਰ ਦੀ ਵਰਤੋਂ ਕੀਤੀ ਗਈ AN-94 ਜਿਹੜਾ ਰੂਸ ਦਾ ਬਣਿਆ ਹੋਇਆ 94 ਤੋਂ 2006 ਤੱਕ ਬਣਦਾ ਰਿਹਾ ਹੈ, 1 ਮਿੰਟ ਦੇ ਵਿੱਚ 1800 ਗੋਲੀਆਂ ਕੱਢ ਜਾਣ ਦੀ ਸਮਰੱਥਾ ਹੈ। ਤਕਰੀਬਨ 750 ਮੀਟਰ ਤੋਂ ਮਾਰ ਕਰ ਦਿੰਦਾ, ਭਾਵ ਪੌਣਾ ਕਿਲੋਮੀਟਰ ਤੋਂ। ਕਿੰਨਾ ਤਾਕਤਵਰ ਹਥਿਆਰ ਹੈ। ਤੇ ਹੁਣ ਉਹਦੇ ਬਾਬਤ ਤਾਂ ਜਾਣਕਾਰੀ ਇਹ ਵੀ ਹੈ ਕਿ ਭਾਵੇਂ ਸਿੱਧੂ ਮੂਸੇਵਾਲਾ ਆਪਣੀ ਬੁਲਟ ਪ੍ਰੂਫ ਗੱਡੀ ਵਿੱਚ ਵੀ ਹੁੰਦੇ ਤੇ ਇਹ ਬੁਲਟ ਪ੍ਰੂਫ ਗੱਡੀ ਨੂੰ ਵੀ ਆਰ ਪਾਰ ਹੋਣ ਦੀ ਸਮਰੱਥਾ ਰੱਖਦੀ ਹੈ ਗਨ। ਪਰ ਆਹ ਪਹਿਲੂ ਬਹੁਤ ਜ਼ਬਰਦਸਤ ਹੈ ਕਿ ਜਿਵੇਂ ਇੱਕ ਫੌਜੀ ਕਾਰਵਾਈ ਨੂੰ ਅੰਜਾਮ ਦਿੱਤਾ ਜਾਂਦਾ ਕਿ ਜਿਹੜਾ ਤੁਹਾਡਾ ਨਿਸ਼ਾਨਾ ਸੀ ਉਹਨੂੰ ਇਹ ਨਿਸ਼ਾਨਾ ਬਣਾਇਆ ਜਾਂਦਾ ਹੈ, ਸਿੱਧੂ ਨੂੰ ਹੀ ਨਿਸ਼ਾਨਾ ਬਣਾਇਆ ਗਿਆ। ਤੇ ਫਿਰ ਅਣਗਿਣਤ ਗੋਲੀਆਂ ਪੈਰਾਂ ਤੋਂ ਲੈ ਕੇ ਸਿਰ ਤੱਕ ਵੱਜੀਆਂ ਹੋਈਆਂ ਨੇ, ਭਾਵ ਇਹ ਕਿ ਜਿੰਦਾ ਬਚ ਨਾ ਜਾਵੇ। ਤੇ ਹੁਣ ਇਸ ਕਾਂਡ ਤੋਂ ਬਾਅਦ ਗੈਂਗਸਟਰਾਂ ਦੀ ਆਪਸੀ ਖਿੱਚੋਤਾਣ ਕਿੱਥੇ ਤੱਕ ਗਈ ਹੈ, ਕਿੰਨੀ ਕੁ ਵੱਧ ਗਈ ਹੈ। ਇੱਕ ਤਾਂ ਵੀਡੀਓ ਵੀ ਸਾਹਮਣੇ ਆ ਗਈ ਹੈ ਜਿਸ ਦੇ ਵਿੱਚ ਮੂਸੇਵਾਲਾ ਇਹ ਕਹਿੰਦੇ ਨੇ ਇੱਕ ਕਾਰ ਦੇ ਵਿੱਚ ਬੈਠ ਕੇ ਉਹਨਾਂ ਨੇ ਵੀਡੀਓ ਬਣਾਈ ਹੋਈ ਹੈ। ਹੁਣ ਇਸ ਗੱਲ ਦੀ ਹਲੇ ਪੁਸ਼ਟੀ ਨਹੀਂ ਹੋ ਸਕੀ ਕਿ ਕਿੰਨੀ ਕੁ ਪੁਰਾਣੀ ਵੀਡੀਓ ਹੈ, ਪਰ ਵੀਡੀਓ ਮੂਸੇਵਾਲਾ ਦੀ ਹੈ। ਉਹ ਕਹਿੰਦੇ ਕਈ ਦਹਾਕੇ ਪਹਿਲਾਂ ਇੱਕ ਅੰਮ੍ਰਿਤਸਰ ਦਾ ਕਲਾਕਾਰ ਹੋਇਆ ਕਰਦਾ ਸੀ, ਗੱਡੀ ਉਹਦੀ ਵਾਹਵਾ ਰੁੜੀ ਹੋਈ ਸੀ। ਕੁਝ ਲੋਕ ਉਹਦਾ ਫੋਨ ਨੰਬਰ ਦਿੰਦੇ ਸੀ ਤੇ ਉਹਨੂੰ ਉਹ ਫੋਨ ਤੇ ਧਮਕੀਆਂ ਮਿਲਦੀਆਂ ਸੀ। ਉਹ ਕਹਿੰਦੇ ਹੁਣ ਮੇਰੇ ਨਾਲ ਵੀ ਉਹੀ ਹੋ ਰਿਹਾ ਹੈ, ਮੈਨੂੰ ਮੇਰੇ ਫੋਨ ਤੇ ਵੀ ਧਮਕੀਆਂ ਮਿਲਦੀਆਂ ਸੀ, ਹੁਣ ਤਾਂ ਮੈਨੂੰ ਈਮੇਲ ਤੇ ਧਮਕੀਆਂ ਆਉਣ ਲੱਗ ਪਈਆਂ। ਤੇ ਫਿਰ ਇਹ ਵੀ ਕਹਿੰਦਾ ਕਿ ਕੋਈ ਗੱਲ ਨਹੀਂ, ਧਮਕੀਆਂ ਦੇਣ ਵਾਲੇ ਜਿੱਥੇ ਮੈਨੂੰ ਮਰਜ਼ੀ ਟੱਕਰ ਲੈਣ। ਮੈਨੂੰ ਲੱਗਦਾ ਕੁਝ ਆ ਜਿਹੜੇ ਖਰਵੇ ਬੋਲ ਸੀ ਸ਼ਾਇਦ ਸਿੱਧੂ ਮੂਸੇਵਾਲਾ ਨੂੰ ਇਹ ਵੀ ਭਾਰੀ ਤੇ ਮਹਿੰਗੇ ਪਏ ਹੈ। ਹੁਣ ਕਤਲ ਉਹਦਾ ਹੋ ਗਿਆ। ਗੈਂਗਸਟਰਾਂ ਦੇ ਕਈ ਗਰੁੱਪ ਨੇ ਜਿਹੜੇ ਇੱਕ ਦੂਸਰੇ ਦੇ ਆਮੋ ਸਾਹਮਣੇ ਹੋ ਗਏ ਨੇ। ਦਿੱਲੀ ਦਾ ਸਭ ਤੋਂ ਵੱਡਾ ਡੌਨ ਹੈ ਗੈਂਗਸਟਰ ਨੀਰਜ ਬਵਾਨਾ। ਨੀਰਜ ਬਵਾਨਾ ਦੀ ਹੁਣ ਇਸ ਕਤਲकांड ਦੇ ਵਿੱਚ ਐਂਟਰੀ ਹੋ ਗਈ ਹੈ, ਔਰ ਉਹਦੀ ਐਂਟਰੀ ਨੇ ਤਹਿਲਕਾ ਮਚਾ ਕੇ ਰੱਖ ਦਿੱਤਾ ਹੈ। ਦਿੱਲੀ 'ਚ NCR ਦੇ ਵਿੱਚ ਉਹ ਦਾਊਦ ਨਾਮ ਦੇ ਨਾਲ ਮਸ਼ਹੂਰ ਹੈ। ਨੀਰਜ ਬਵਾਨਾ ਨੇ ਮੂਸੇਵਾਲਾ ਦੇ ਕਤਲ ਦੀ ਜ਼ਿੰਮੇਵਾਰੀ ਲੈਣ ਵਾਲੇ ਗੈਂਗਸਟਰ ਲਾਰੈਂਸ ਤੋਂ 2 ਦਿਨ ਦੇ ਵਿੱਚ ਬਦਲਾ ਲੈਣ ਦੀ ਹੁਣ ਧਮਕੀ ਦਿੱਤੀ ਹੈ। ਦੱਸਣਾ ਬਣਦਾ ਕਿ ਨੀਰਜ ਦਾ ਨਾਮ ਅੰਡਰਵਰਲਡ ਡੌਨ ਦਾਊਦ ਇਬਰਾਹਿਮ ਦੀ ਡੀ ਕੰਪਨੀ ਨਾਲ ਵੀ ਜੁੜਦਾ ਹੈ। ਦਿੱਲੀ ਦੀ ਤਿਹਾੜ ਜੇਲ੍ਹ 'ਚ ਬੰਦਾ ਹੈ ਤੇ ਦਿੱਲੀ ਦੀ ਤਿਹਾੜ ਜੇਲ੍ਹ 'ਚ ਹੀ ਬੰਦਾ ਹੈ ਲਾਰੈਂਸ ਬਿਸ਼ਨੋਈ। ਹੁਣ ਉਸੇ ਜੇਲ੍ਹ ਦੇ ਵਿੱਚ ਬੰਦਾ ਹੈ ਅੰਡਰਵਰਲਡ ਡੌਨ ਛੋਟਾ ਰਾਜਨ। ਛੋਟਾ ਰਾਜਨ ਦੇ ਕਤਲ ਦੀ ਸੁਪਾਰੀ ਡੀ ਕੰਪਨੀ ਨੇ ਨੀਰਜ ਬਵਾਨਾ ਨੂੰ ਦਿੱਤੀ ਸੀ। ਹੁਣ ਤੁਸੀਂ ਆਪ ਹਿਸਾਬ ਲਾ ਲਓ ਕਿ ਦਾਊਦ ਇਬਰਾਹਿਮ ਨੇ ਛੋਟੇ ਰਾਜਨ ਦੀ ਜੇ ਸੁਪਾਰੀ ਕਿਸੇ ਨੂੰ ਦਿੱਤੀ ਤਾਂ ਉਹ ਨੀਰਜ ਬਵਾਨਾ ਨੂੰ ਦਿੱਤੀ। ਆਪ ਹਿਸਾਬ ਲਾ ਲਓ ਕਿ ਨੀਰਜ ਬਵਾਨਾ ਕਿੱਡਾ ਕੁ ਵੱਡਾ ਗੈਂਗਸਟਰ ਹੋਣਾ ਹੈ। ਜੇਲ੍ਹ ਅਧਿਕਾਰੀ ਕਹਿੰਦੇ ਜਦੋਂ ਸਾਨੂੰ ਇਸ ਗੱਲ ਦੀ ਭਿਣਕ ਲੱਗੀ ਨਾ ਕਿ ਆਹ ਕੰਮ ਭਾਈ ਜੇਲ੍ਹ ਦੇ ਅੰਦਰ ਹੋ ਸਕਦਾ ਹੈ, ਤਾਂ ਉਹਨਾਂ ਨੇ ਤਿਹਾੜ ਜੇਲ੍ਹ ਦੇ ਵਿੱਚ ਸੁਰੱਖਿਆ ਵੀ ਵਧਾਈ ਅਤੇ ਛੋਟੇ ਰਾਜ ਨੂੰ ਜੇਲ੍ਹ ਦੇ ਕਿਸੇ ਹੋਰ ਏਰੀਏ ਵਿੱਚ ਸ਼ਿਫਟ ਵੀ ਕੀਤਾ। ਇਹ ਵੀ ਜਾਣਕਾਰੀ ਹੈ ਕਿ ਨੀਰਜ ਬਵਾਨਾ ਗੈਂਗ ਦੇ 300 ਤੋਂ ਜ਼ਿਆਦਾ ਸ਼ੂਟਰ ਨੇ ਜਿਹੜੇ ਗੈਂਗਸਟਰ ਲਾਰੈਂਸ ਤੇ ਪੁਲਿਸ ਰਿਮਾਂਡ ਤੇ ਤਿਹਾੜ ਜੇਲ੍ਹ ਤੋਂ ਬਾਹਰ ਜਾਣ ਤੋਂ ਬਾਅਦ ਸਾਰੇ ਦੇ ਸਾਰੇ ਸਰਗਰਮ ਕਰ ਦਿੱਤੇ ਦੱਸੇ ਜਾ ਰਹੇ ਨੇ ਕਿ ਜਿੱਥੇ ਵੀ ਦਾ ਭਰਿਆ ਚੱਕ ਦਿਓ।
ਇਹਦੇ ਤੋਂ ਬਾਅਦ ਜਦੋਂ ਪਤਾ ਲੱਗਿਆ ਕਿ ਰਿਮਾਂਡ ਉਹਦਾ ਮਿਲ ਗਿਆ ਹੈ, ਉਹਦੇ ਤੋਂ ਬਾਅਦ ਆ ਧਮਕੀਆਂ ਆਈਆਂ ਨੇ, ਜਿਸ ਦੇ ਕਾਰਨ ਸੁਰੱਖਿਆ ਏਜੰਸੀਆਂ ਇਸ ਵਕਤ ਅਲਰਟ ਤੇ ਨੇ। ਦੱਸਣਾ ਬਣਦਾ ਕਿ ਨੀਰਜ ਲੰਬੇ ਸਮੇਂ ਤੋਂ ਤਿਹਾੜ ਜੇਲ੍ਹ 'ਚ ਬੰਦਾ ਹੈ ਤੇ ਲਾਰੈਂਸ ਵੀ ਉੱਥੇ ਹੀ ਬੰਦਾ ਹੈ। ਦੋਨਾਂ ਦੇ ਉੱਤੇ ਮਕੋਕਾ ਲੱਗਿਆ ਹੋਇਆ ਹੈ, ਦੋਨਾਂ ਨੂੰ ਜੇਲ੍ਹ ਦੇ ਅੰਦਰ ਹਾਈ ਸਿਕਿਉਰਿਟੀ ਵੀ ਦਿੱਤੀ ਹੋਈ ਹੈ, ਦੋਵੇਂ ਵੱਖੋ ਵੱਖਰੇ ਏਰੀਏ 'ਚ ਰੱਖੇ ਹੋਏ ਨੇ। ਦੋਵਾਂ ਗੈਂਗਸ ਤੇ ਜ਼ਿਆਦਾਤਰ ਸ਼ੂਟਰ ਵੀ ਦਿੱਲੀ ਤੇ NCR ਇਲਾਕਿਆਂ 'ਚ ਨੇ। ਇਹਨਾਂ ਵਿੱਚੋਂ ਬਹੁਤ ਸਾਰੇ ਜੇਲ੍ਹਾਂ 'ਚ ਬੰਦ ਨੇ। ਦਿੱਲੀ ਦੇ ਇਲਾਵਾ ਲਾਰੈਂਸ ਅਤੇ ਨੀਰਜ ਬਵਾਨਾ ਦੇ ਸਿੰਡੀਕੇਟ ਹਰਿਆਣਾ 'ਚ ਵੀ ਨੇ। ਗੁਰੂਗ੍ਰਾਮ, ਫਰੀਦਾਬਾਦ, ਸੋਨੀਪਤ, ਬਹਾਦਰਗੜ੍ਹ ਕਈ ਜ਼ਿਲ੍ਹਿਆਂ 'ਚ ਨੇ ਤੇ ਸਾਰੇ ਦੇ ਸਾਰੇ ਇਸ ਵਕਤ ਕਾਫੀ ਐਕਟਿਵ ਕਰ ਦਿੱਤੇ ਗਏ ਹੈ। ਦੋਵਾਂ ਦੇ ਜਿਹੜੇ ਕਾਰਕੁਨ ਨੇ ਗੁਰਗੇ ਨੇ ਇੱਕ ਵਾਰ ਨਹੀਂ ਪਹਿਲਾਂ ਵੀ ਇੱਕ ਦੂਸਰੇ ਦੇ ਆਮੋ ਸਾਹਮਣੇ ਹੁੰਦੇ ਰਹੇ ਆ ਅਤੇ ਖੂਨੀ ਹੋਲੀ ਪਹਿਲਾਂ ਵੀ ਖੇਡਦੇ ਰਹੇ ਆ। ਤੁਹਾਨੂੰ ਯਾਦ ਹੋਣਾ ਕਿ ਕੁਝ ਕੁ ਮਹੀਨੇ ਪਹਿਲਾਂ ਦਿੱਲੀ ਦੀ ਰੋਹਣੀ ਅਦਾਲਤ ਦੇ ਵਿੱਚ ਗੈਂਗਸਟਰ ਜਤਿੰਦਰ ਗੋਗੀ ਦਾ ਕਤਲ ਹੋਇਆ ਸੀ ਤੇ ਉਹ ਕਤਲ ਵੀ ਬਵਾਨਾ ਦੇ ਨਾਮ ਹੀ ਲੱਗਿਆ ਸੀ। ਨੀਰਜ ਬਵਾਨਾ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦਿਆਂ, ਬੰਬੀਹਾ ਗਰੁੱਪ ਨੇ ਵੀ ਦੋਸ਼ ਲਗਾਏ ਸੀ ਕਿ ਮੂਸੇਵਾਲਾ ਕਤਲकांड ਦੇ ਪਿੱਛੇ ਇੱਕ ਪੰਜਾਬੀ ਗਾਇਕ ਕਲਾਕਾਰ ਨੇ, ਨਾਮ ਆ ਉਹਨਾਂ ਦਾ ਮਨਕੀਰਤ ਔਲਖ, ਕਿ ਮਨਕੀਰਤ ਔਲਖ ਦਾ ਹੱਥ ਹੈ, ਕਿਉਂਕਿ ਮਨਕੀਰਤ ਔਲਖ ਉਹਨਾਂ ਨੇ ਆਖਿਆ ਸੀ ਕਿ ਗੈਂਗਸਟਰ ਲਾਰੈਂਸ ਦਾ ਕਰੀਬੀ ਹੈ। ਇਹ ਗਾਇਕ ਕਲਾਕਾਰ ਜਿਹੜੇ ਕੁਝ ਕੁ ਚਾਰ ਪੈਸੇ ਬਣਾਉਂਦੇ ਆ, ਚੱਲਦੇ ਆ ਇਸ ਵਕਤ ਮਾਰਕੀਟ 'ਚ, ਉਹਨਾਂ ਦੀਆਂ ਜਾਣਕਾਰੀਆਂ ਦਿੰਦਾ ਹੈ ਤੇ ਫਿਰ ਇਹ ਗੈਂਗਸਟਰ ਉਹਨਾਂ ਤੋਂ ਫਰੌਤੀਆਂ ਵਸੂਲ ਲੈਂਦੇ ਨੇ। ਗੌਂਡਰ ਗੈਂਗ ਨੇ ਵੀ ਮਨਕੀਰਤ ਦੀ ਭੂਮਿਕਾ ਤੇ ਸਵਾਲ ਬੀਤੇ ਦਿਨੀ ਖੜੇ ਕੀਤੇ ਸੀ। ਇਹ ਸਵਾਲ ਜਦੋਂ ਖੜੇ ਹੋਣ ਲੱਗੇ ਤਾਂ ਉਹਦੇ ਤੋਂ ਬਾਅਦ ਮਨਕੀਰਤ ਔਲਖ ਨੇ ਆਪਣੀ ਸਫਾਈ ਦਿੱਤੀ ਸੀ, ਇੱਕ ਵੀਡੀਓ ਜਾਰੀ ਕੀਤਾ ਕਿ ਭਰਾਵੋ ਮੇਰਾ ਇਹਦੇ ਨਾਲ ਕੋਈ ਲੈਣ ਦੇਣ ਨਹੀਂ, ਇੱਕ ਪੰਜਾਬੀ ਇੰਡਸਟਰੀ ਦਾ ਸਿਤਾਰਾ ਚਲੇਗਾ, ਸਾਨੂੰ ਇਹਦੇ ਤੇ ਦੁੱਖ ਹੈ, ਤੁਸੀਂ ਮੈਨੂੰ ਬਦਨਾਮ ਨਾ ਕਰੋ, ਕਿਸੇ ਗਾਇਕ ਕਲਾਕਾਰ ਦਾ ਕਿਸੇ ਗੈਂਗ ਨਾਲ ਕੋਈ ਸੰਬੰਧ ਨਹੀਂ, ਅਸੀਂ ਤਾਂ ਆਪਣੀ ਦਮ ਤੇ ਸਟਾਰ ਬਣੇ ਆ। ਹੁਣ ਤੁਸੀਂ ਦੇਖੋ ਕਿ ਇੱਕ ਗਰੁੱਪ ਪਹਿਲਾਂ ਧਮਕੀ ਦਿੰਦਾ ਹੈ ਤੇ ਉਹਦੇ ਤੋਂ ਬਾਅਦ ਹੁਣ ਇੱਕ ਨਹੀਂ ਰਹਿ ਗਿਆ। ਬੰਬੀਹਾ ਅਤੇ ਗੌਂਡਰ ਗਰੁੱਪ ਤੋਂ ਬਾਅਦ ਬਵਾਨਾ ਗੈਂਗ ਦੇ ਟਿੱਲੂ ਤੇਜਪੁਰੀਆ ਗੈਂਗ, ਕੌਸ਼ਲ ਚੌਧਰੀ ਗੈਂਗ, ਦਵਿੰਦਰ ਬੰਬੀਹਾ ਗੈਂਗ, ਨੀਰਜ ਬਵਾਨਾ ਗੈਂਗ ਸੋਸ਼ਲ ਮੀਡੀਆ ਤੇ ਇੱਕ ਪੋਸਟ ਪਾ ਦਿੱਤੀ ਇਹਨਾਂ ਨੇ। ਪੋਸਟ ਵਿੱਚ ਇਹਨਾਂ ਨੇ ਆਪਣੇ ਨਾਮ ਲਿਖਣ ਤੋਂ ਬਾਅਦ 2 ਫੋਟੋਆਂ ਪਾਈਆਂ ਨੇ। ਉਹ ਫੋਟੋ ਇੱਕ ਮਨਕੀਰਤ ਔਲਖ ਦੀ ਹੈ, ਦੂਸਰੀ ਗੈਂਗਸਟਰ ਲਾਰੈਂਸ ਦੀ ਹੈ। ਦੋਨਾਂ ਦੇ ਉੱਤੇ ਕਾਟਾ ਮਾਰਿਆ, ਕ੍ਰੋਸ ਮਾਰਿਆ, ਭਾਵ ਕਿ ਮੌਤ ਦਾ ਬਦਲਾ ਲਿਆ ਜਾਵੇਗਾ। ਔਰ ਦੋਵਾਂ ਦੀਆਂ ਫੋਟੋਆਂ ਤੇ ਕ੍ਰੋਸ ਦਾ ਭਾਵ ਹੈ ਕਿ ਦੋਵੇਂ ਅਸੀਂ ਛੱਡਣੇ ਨਹੀਂ। ਸੋਸ਼ਲ ਮੀਡੀਆ ਦੇ ਉੱਤੇ ਹੁਣ ਗੈਂਗਵਾਰ ਖੁੱਲ੍ਹ ਕੇ ਚੱਲ ਰਹੀ ਹੈ, ਇੱਕ ਦੂਸਰੇ ਨੂੰ ਧਮਕੀਆਂ ਦੇ ਰਹੇ ਆ। ਪਰ ਆਹ ਧਮਕੀਆਂ ਮਿਲਣ ਤੋਂ ਬਾਅਦ ਪੰਜਾਬ ਪੁਲਿਸ ਦੇ ਹੱਥ ਪੈਰ ਫੁੱਲੇ ਪਏ ਨੇ, ਕਿਉਂਕਿ ਕੀ ਸੱਚਮੁੱਚ ਪੰਜਾਬ ਨੂੰ ਗੈਂਗਵਾਰ ਵੱਲ ਧੱਕਿਆ ਜਾ ਰਿਹਾ ਹੈ। ਮੈਂ ਤਾਂ ਦੱਸਣਾ ਚਾਹੁੰਦਾ, ਜਿੰਨੀਆਂ ਵਿਰੋਧੀ ਧਿਰਾਂ ਨੇ ਉਹ ਵੀ ਸਰਗਰਮ ਹੋ ਗਈਆਂ। ਭਾਵੇਂ ਪਾਸ਼ ਦਾ ਕਤਲ ਹੋਇਆ, ਅਮਰ ਸਿੰਘ ਚਮਕੀਲਾ ਦਾ ਕਤਲ ਹੋਇਆ, ਵਰਿੰਦਰ ਦਾ ਕਤਲ ਹੋਇਆ, ਕਤਲ ਕਈ ਹੋਰ ਵੀ ਹੋਏ, ਦਿਲਸ਼ਾਦ ਅਖਤਰ ਦਾ ਕਤਲ ਹੋਇਆ। ਕਿ ਅੱਜ ਤੱਕ ਕਦੀ ਵੀ ਕਿਸੇ ਵਿਰੋਧੀ ਧਿਰ ਨੇ ਕਿਹਾ ਸੀ ਪੰਜਾਬ ਦੇ ਵਿੱਚ ਰਾਸ਼ਟਰਪਤੀ ਰਾਜ ਲਾ ਦਿਓ? ਮੰਨ ਲਓ ਰਾਸ਼ਟਰਪਤੀ ਰਾਜ ਲੱਗ ਜੇ, ਔਰ ਇਹਨਾਂ ਵਿੱਚੋਂ ਕਈ ਕਤਲ ਤਾਂ ਉਸ ਵਕਤ ਹੋਏ ਨੇ ਜਦੋਂ ਪੰਜਾਬ 'ਚ ਰਾਸ਼ਟਰਪਤੀ ਰਾਜ ਹੀ ਲੱਗਿਆ ਹੋਇਆ ਸੀ। ਕਿ ਰਾਸ਼ਟਰਪਤੀ ਰਾਜ ਕਤਲੋਗਾਰਤ ਜਾਂ ਗੈਂਗਸਟਰਾਂ ਦੀ ਕੋਈ ਆਪਾਂ ਆਖ ਸਕਦੇ ਹਾਂ ਕੋਈ ਇਸ ਤਰ੍ਹਾਂ ਦੀ ਗੁੜਤੀ ਦੇ ਦੂਗਾ ਕਿ ਨਾ ਵੀ ਹੁਣ ਗੈਂਗਸਟਰ ਬੰਦ ਹੋ ਗਏ ਜਾਂ ਇਹਨਾਂ ਦਾ ਖਾਤਮਾ ਹੋ ਗਿਆ? ਇਹਦੇ ਇਲਾਵਾ ਵੀ ਹੋਰ ਬਹੁਤ ਸਾਰੀਆਂ ਘਟਨਾਵਾਂ ਗਲੀਆਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਰੋਡ ਦੇ ਉੱਤੇ ਇਨਸਾਫ ਦੀ ਮੰਗ ਕਰਦੇ 2 ਵਿਅਕਤੀ ਜਿਹੜੇ ਇਨਸਾਫ ਮੰਗ ਰਹੇ ਸੀ, ਉਹਨਾਂ ਦਾ ਕਤਲ ਕਰ ਦਿੱਤਾ। ਇਹ ਵਿਰੋਧੀ ਤਾਂ ਉਦੋਂ ਵੀ ਨਹੀਂ ਸੀ ਬੋਲੇ, ਨਾ ਉਦੋਂ ਕਿਸੇ ਨੇ ਧਮਕੀ ਦਿੱਤੀ, ਨਾ ਉਦੋਂ ਕਿਸੇ ਨੇ ਕਿਹਾ ਕਿ ਰਾਸ਼ਟਰਪਤੀ ਰਾਜ ਲਾ ਦਿਓ। ਬਹੁਤ ਸਾਰੇ ਗੁੱਝੇ ਇਸ਼ਾਰੇ ਹੈ ਕਿ ਕਿਸੇ ਦਾ ਪੁੱਤ ਕਤਲ ਕਰਵਾਤਾ, ਸਿਕਿਉਰਿਟੀਆਂ ਆਪਣੀਆਂ ਕੋਈ ਵਧਾ ਰਿਹਾ ਹੈ। ਸੋ ਮੈਨੂੰ ਲੱਗਦਾ ਹੈ ਕਿ ਇਹਦੇ ਉੱਤੇ ਸਿਰ ਜੋੜ ਕੇ ਯਤਨ ਕਰਨ ਦੀ ਜ਼ਰੂਰਤ ਹੈ। ਪੰਜਾਬ ਰੰਗਲਾ ਰਹੇ, ਪੰਜਾਬ ਨੂੰ ਕੰਗਲਾ ਬਣਾਉਣ ਦੇ ਵਾਸਤੇ ਨਹੀਂ, ਰੰਗਲਾ ਬਣਾਉਣ ਦੇ ਵਾਸਤੇ ਸਾਨੂੰ ਹੰਭਲੇ ਮਾਰਨੇ ਪੈਣਗੇ। ਸੋ ਦੋਸਤੋ, ਇਹ ਸੀ ਕੁੱਲ ਮਿਲਾ ਕੇ ਆਪਣਾ ਅੱਜ ਦਾ ਪ੍ਰੋਗਰਾਮ। ਉਮੀਦ ਕਰ ਰਿਹਾ ਤੁਹਾਨੂੰ ਚੰਗਾ ਲੱਗਿਆ ਹੋਣਾ। ਜੇਕਰ ਪ੍ਰੋਗਰਾਮ ਚੰਗਾ ਲੱਗਿਆ, ਕਿਰਪਾ ਕਰਕੇ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ। ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ। ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ। ਸਮਾਂ ਸਮਾਪਤ ਹੈ, ਜਾਣ ਤੋਂ ਪਹਿਲਾਂ ਕਹਾਂਗਾ, ਜ਼ਿੰਦਗੀ ਜਿੰਦਾ ਦਿਲੀ ਦਾ ਨਾਮ ਹੈ। ਦਵਿੰਦਰ ਸਿੰਘ ਬੈਨੀਪਾਲ ਨੂੰ ਆਗਿਆ ਦਿਓ। ਸਤਿ ਸ਼੍ਰੀ ਅਕਾਲ ਤੇ ਰੱਬ ਰਾਖਾ।